ਤੇ ਉੱਥੇ ਜਾ ਕੇ ਬੈਰੀਕੇਡਿੰਗ ਕਰਨੀ, ਜਾਣਬੁੱਝ ਕੇ ਸਾਰੇ ਪੰਜਾਬ ਨੂੰ ਬੰਦ ਕਰਨਾ, ਇਹ ਸਾਰਾ ਕੁਝ ਮੈਨੂੰ ਲੱਗਦਾ ਵੀ ਪ੍ਰਸ਼ਾਸਨ ਨੂੰ ਨਹੀਂ ਸੀ ਕਰਨਾ ਚਾਹੀਦਾ। ਸੋ ਆਪਾਂ ਨੂੰ ਇਹ ਚੀਜ਼ ਨੂੰ ਪੋਜ਼ੀਟਿਵਲੀ ਦੇਖਣਾ ਚਾਹੀਦਾ ਵੀ ਇਨੋਸੈਂਟ ਬੰਦਾ ਜਿਹੜਾ ਜੇਲ੍ਹ 'ਚ ਸੀ ਉਹ ਬਾਹਰ ਆ ਗਿਆ, ਜਿਹਦਾ 8 ਦਿਨ ਦਾ ਜਵਾਕ ਹੈ, ਜਿਹਨੂੰ ਘਰੋਂ ਅਬਡਕਟ ਕਰਕੇ ਖੜਿਆ ਗਿਆ ਸੀ, ਉਹਦੀ ਰਿਹਾਈ ਹੋਈ। ਪਰ ਉਹ ਤੋਂ ਬਾਅਦ ਜਦੋਂ ਜੇ ਦੇਖੋ ਸੱਚਾਈ ਹੁੰਦੀ ਕੋਈ ਕੇਸ ਦੇ ਵਿੱਚ ਤੇ ਭਾਵੇਂ ਕਿੱਡਾ ਮਰਜ਼ੀ ਕੋਈ ਪ੍ਰੈਸ਼ਰ ਪਾ ਦੇ, ਇੱਦਾਂ ਕੇਸ ਰੱਦ ਨਹੀਂ ਹੁੰਦੇ। ਜਿਹੜੇ ਪਹਿਲਾਂ ਹੀ ਮੇਰੇ ਵਿਰੋਧੀ ਸਨ ਉਹ ਵੱਖਰੇ ਵੱਖਰੇ ਬਹਾਨੇ ਬਣਾ ਕੇ ਵਿਰੋਧ ਕਰਦੇ, ਉਹੀ ਹੁਣ ਨਵਾਂ ਬਹਾਨਾ ਲੱਭ ਕੇ ਵਿਰੋਧ ਕਰਨ ਲੱਗ ਪਏ ਨੇ। ਬਾਕੀ ਪਾਲਕੀ ਨੂੰ ਕਿਸੇ ਬੈਰੀਕੇਡ ਨੂੰ ਤੋੜਨ ਲਈ ਨਹੀਂ ਵਰਤਿਆ ਗਿਆ, ਪਾਲਕੀ ਪਿੱਛੇ ਦੀ ਸੰਗਤਾਂ ਅੱਗੇ ਸੀ, ਉਹ ਤੋਂ ਪਹਿਲਾਂ ਹੀ ਲਾਠੀ ਚਾਰਜ ਹੋਇਆ। ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਨਾਮ ਬਹੁਤ ਚਰਚਾ ਦੇ ਵਿੱਚ ਹੈ, ਖਾਸ ਤੌਰ ਦੇ ਉੱਤੇ ਪੰਜਾਬੀ ਭਾਈਚਾਰਾ ਜਿੱਥੇ ਵੀ ਰਹਿੰਦਾ ਹੈ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਚਰਚਾ ਦੇ ਵਿੱਚ ਨੇ। ਤਾਂ ਸਾਡੇ ਨਾਲ ਅੱਜ ਉਹਨਾਂ ਨੇ ਆਪਣੇ ਰੁਝੇਵਿਆਂ ਭਰੇ ਜਿਹੜਾ ਸ਼ਡਿਊਲ ਸੀ ਸਮਾਂ ਦਿੱਤਾ ਹੈ ਸਾਨੂੰ ਦੈਨਿਕ ਸਵੇਰਾ ਲਈ। ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜੋ ਵਾਰਦਾਤਾਂ ਜੋ ਇਨਸੀਡੈਂਟ ਹੋਏ ਜੀ, ਉਸ ਤੋਂ ਬਾਅਦ ਕੋਈ 3-4 ਦਿਨਾਂ ਦੇ ਵਿੱਚ ਤੁਸੀਂ ਕੀ ਸਭ ਤੋਂ ਪਹਿਲਾਂ ਇਹਦਾ ਅਸਰ ਕੋਈ ਨਿੱਜੀ ਜੀਵਨ ਦੇ ਉੱਤੇ ਜਾਂ ਜਿਹੜੀ ਤੁਹਾਡੀ ਲਾਈਫ ਸੀ ਇਸ ਦੇ ਉੱਤੇ ਕੋਈ ਦੇਖਣ ਨੂੰ ਮਿਲਦਾ ਜੀ? ਨਹੀਂ, ਦੇਖੋ ਇਹ ਸਾਡਾ ਰੁਝੇਵਾਂ ਹੀ ਇੱਦਾਂ ਦਾ। ਪਹਿਲਾਂ ਵੀ ਅਸੀਂ ਨੌਜਵਾਨਾਂ ਨੂੰ, ਸੰਗਤਾਂ ਨੂੰ ਮਿਲਦੇ ਸੀ ਤੇ ਜਿਹੜੇ ਨੌਜਵਾਨ ਨਸ਼ੇ ਛਡਾਉਣ ਵਾਲੇ ਆ ਉਹਨਾਂ ਦੇ ਨਸ਼ੇ ਛਡਾਉਣ ਲਈ ਜਿਹੜੀ ਕੋਸ਼ਿਸ਼ ਅਸੀਂ ਕਰ ਰਹੇ ਸੀ, ਅਜੇ ਵੀ ਉਹ ਕਰ ਰਹੇ ਹਾਂ। ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦੀ ਜਿਹੜੀ ਪ੍ਰੇਰਨਾ ਦੇ ਰਹੇ ਸੀ ਉਹ ਦੇ ਰਹੇ ਹਾਂ। ਉਸ ਤੋਂ ਬਾਅਦ ਵੀ ਜਿਹੜੇ ਵਹੀਰ ਦਾ ਕੰਮ ਸਾਡਾ ਜਾਰੀ ਹੈ, ਜਿਹੜੇ ਇਲਾਕੇ 'ਚ ਵੀ ਵਹੀਰ ਜਾਂਦੀ ਹੈ ਉਹ ਅਪਡੇਟ ਹੁੰਦੀ ਹੈ ਮੀਡੀਆ ਨੂੰ। ਬਾਕੀ ਇਹ ਹੈ ਵੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਇਹ ਹੈ ਵੀ ਇਹਦੇ 'ਚ ਪੰਥ ਦੀ ਬੜੀ ਵੱਡੀ ਜਿੱਤ ਹੈ ਵੀ ਇੱਕ ਬੇਦੋਸ਼ਾ ਨੌਜਵਾਨ ਜਿਹੜਾ ਜੇਲ੍ਹ 'ਚ ਬੰਦ ਸੀ ਉਹਦੀ ਰਿਹਾਈ ਹੋਈ ਹੈ। ਭਾਈ ਸਾਹਿਬ, ਇਸ ਦੇ ਵਿੱਚ ਜਿਹੜੀਆਂ ਕਾਫੀ ਕਿਉਂਕਿ ਗੱਲਾਂ ਹੋ ਚੁੱਕੀਆਂ ਨੇ, ਉਸ ਬਾਰੇ ਜ਼ਿਆਦਾ ਨਹੀਂ ਕਰਾਂਗੇ, ਬਟ ਇੱਕ ਦੋ ਇੰਸੀਡੈਂਟ ਜਿਹੜਾ ਇਹ ਸਰ ਇੰਸੀਡੈਂਟ ਵਾਪਰਿਆ, ਕੀ ਇਹ ਇਸ ਤੋਂ ਇੱਕ ਤਾਂ ਇਹ ਟਾਲਿਆ ਜਾ ਸਕਦਾ ਜਾਂ ਕੀ ਇਹ ਜਿਵੇਂ ਕਿਹਾ ਜਾ ਰਿਹਾ ਜੀ ਪਲਾਨ ਹੀ ਇਹੋ ਸੀ, ਇਸੇ ਤਰ੍ਹਾਂ ਹੀ ਕਰਨਾ ਹੀ ਇਹ ਚਾਹੁੰਦੇ ਸੀ? ਨਹੀਂ, ਦੇਖੋ ਟਾਲਿਆ ਤੇ ਜਾ ਹੀ ਸਕਦਾ ਜੇ ਝੂਠੀ FIR ਨਾ ਹੁੰਦੀ। ਇਹਦੇ 'ਚ ਲਾਇਰਸ ਨੇ ਕਾਫੀ ਅੱਗੇ ਆ ਕੇ ਗੱਲਬਾਤ ਕੀਤੀ ਹੈ ਵੀ FIR ਬੜੀ ਬੋਗਸ ਸੀ, ਜਿਹਦੇ ਵਿੱਚ ਕੋਈ ਸੱਚਾਈ ਨਹੀਂ ਨਜ਼ਰ ਆਈ। ਉਹਦਾ ਟੈਕਨੀਕੈਲਿਟੀ ਦੇ ਉੱਤੇ ਉਹਨੂੰ ਰੱਦ ਕਰ ਦੇਣਾ ਚਾਹੀਦਾ ਸੀ। ਫਿਰ ਅਸੀਂ 5-6 ਦਿਨ ਮੀਡੀਆ ਇਹਨਾਂ ਨਾਲ ਆਪਣਾ ਪ੍ਰਸ਼ਾਸਨ ਨਾਲ ਨੈਗੋਸ਼ੀਏਸ਼ਨਸ ਵੀ ਕੀਤੀਆਂ ਵੀ ਤੁਸੀਂ ਘੱਟੋ ਘੱਟ ਇਹ 'ਚ ਵੇਖੋ, ਪਰ ਸਾਡੇ ਸਿੰਘ ਦੀ ਇਸ ਤਰੀਕੇ ਨਾਲ ਗ੍ਰਿਫਤਾਰੀ ਕਰਨੀ ਅਤੇ ਬਸ ਇਹਨੂੰ ਹਾਈਲਾਈਟ ਕਰਨਾ, ਮੀਡੀਆ ਟ੍ਰਾਇਲ ਦਾ ਰੂਪ ਦੇਣਾ। ਔਰ ਬਾਅਦ ਦੇ ਵਿੱਚ ਜਦੋਂ ਅਸੀਂ ਉੱਥੇ ਗਏ ਆ ਪ੍ਰੋਟੈਸਟ ਕਰਨ ਆਪਣਾ, ਅਤੇ ਉੱਥੇ ਜਾ ਕੇ ਬੈਰੀਕੇਡਿੰਗ ਕਰਨੀ, ਜਾਣਬੁੱਝ ਕੇ ਸਾਰੇ ਪੰਜਾਬ ਨੂੰ ਬੰਦ ਕਰਨਾ, ਇਹ ਸਾਰਾ ਕੁਝ ਮੈਨੂੰ ਲੱਗਦਾ ਵੀ ਪ੍ਰਸ਼ਾਸਨ ਨੂੰ ਨਹੀਂ ਸੀ ਕਰਨਾ ਚਾਹੀਦਾ। ਜਿਹਦੇ ਕੌਨਸੀਕੁਐਂਸਿਸ ਵਜੋਂ ਜੋ ਕੁਝ ਉੱਥੇ ਵਾਪਰਿਆ ਹੈ ਉਹ ਵੀ 5-7 ਸੈਕਿੰਡ ਦੀ ਇੱਕ ਐਪੀਸੋਡ ਹੈ ਨਾ, ਉਹਨੂੰ ਬਾਰ-ਬਾਰ ਮੀਡੀਆ ਲੂਪ 'ਤੇ ਪਲੇ ਕਰੂਗਾ ਤਾਂ ਐਂ ਲੱਗੂਗਾ ਬਹੁਤ ਹਾਲਾਤ ਖਰਾਬ ਨੇ। ਪਰ ਉਸ ਤੋਂ ਬਾਅਦ ਨੋਰਮਲ ਪੀਸਫੁਲ ਡਿਸਕਸ਼ਨਸ ਹੋਈਆਂ, ਡਾਇਲੋਗ ਹੋਏ, ਉਸ ਤੋਂ ਬਾਅਦ ਜਿਹੜੀ FIR ਵੀ ਕੈਂਸਲ ਹੋਈ ਅਤੇ ਸਿੰਘ ਵੀ ਜਿਹੜਾ ਬਾਹਰ ਆਇਆ ਹੈ ਨਾ, ਤੋ ਉਹ ਹੋਇਆ ਤਾਂ ਸਰ ਲੀਗਲ ਪ੍ਰੋਸੈਸ ਦੇ ਨਾਲ। ਪਰ ਜੇ ਅਸੀਂ ਉੱਥੇ ਨਾ ਜਾਂਦੇ ਤਾਂ ਹੋ ਸਕਦਾ ਲੀਗਲ ਪ੍ਰੋਸੈਸ ਹੀ 6 ਮਹੀਨੇ ਲੈ ਜਾਂਦਾ, ਜਿੱਦਾਂ ਆਪਾਂ ਨੂੰ ਪਤਾ ਇੰਡੀਅਨ ਕੋਰਟਸ ਦਾ ਜੋ ਹਾਲ ਹੈ ਮੌਕੇ ਦੇ ਉੱਤੇ। ਸੋ ਆਪਾਂ ਨੂੰ ਇਹ ਚੀਜ਼ ਨੂੰ ਪੋਜ਼ੀਟਿਵਲੀ ਦੇਖਣਾ ਚਾਹੀਦਾ ਵੀ ਇਨੋਸੈਂਟ ਬੰਦਾ ਜਿਹੜਾ ਜੇਲ੍ਹ 'ਚ ਸੀ ਉਹ ਬਾਹਰ ਆ ਗਿਆ, ਜਿਹਦਾ 8 ਦਿਨ ਦਾ ਜਵਾਕ ਹੈ, ਜਿਹਨੂੰ ਘਰੋਂ ਅਬਡਕਟ ਕਰਕੇ ਖੜਿਆ ਗਿਆ ਸੀ, ਉਹਦੀ ਰਿਹਾਈ ਹੋਈ। ਭਾਈ ਸਾਹਿਬ, ਇੱਕ ਸਵਾਲ ਇਸ ਦੇ ਵਿੱਚ ਹੈ ਕਿ ਤੁਸੀਂ ਆਪਣੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ, ਤੁਸੀਂ ਉਹਨਾਂ ਨੂੰ ਬੇਦੋਸ਼ੀ ਦੱਸਿਆ ਤੇ ਆਪਣੇ ਸਬੂਤ ਉਹਨਾਂ ਗੜੀ ਰੱਖੇ। ਜੋ ਤੁਹਾਡੀ ਉਹਨਾਂ ਨਾਲ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਚੱਲ ਰਹੀ ਸੀ, ਪੁਲਿਸ ਨੇ ਕੋਈ ਅਜਿਹਾ ਦੱਸਿਆ ਕਿ ਇਹ ਕਸੂਰਵਾਰ ਸੀਗਾ, ਜਿਸ ਤਰ੍ਹਾਂ ਤੁਸੀਂ ਦੱਸਦਾ ਜੀ ਇਹ ਬੇਗੁਨਾਹ ਸੀਗਾ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਸੀ ਹੋ ਰਹੀ। ਪਹਿਲਾਂ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਜਿਹੜਾ ਇਹ 'ਚ ਅਬਡਕਸ਼ਨ ਦੂਜੀ ਤੀਜੀ ਐਲੀਗੇਸ਼ਨ ਲੱਗ ਰਿਹਾ ਉਹਦੇ 'ਚ ਕੋਈ ਸੱਚਾਈ ਨਹੀਂ ਹੈਗੀ। ਤੁਸੀਂ ਇਹਦੀ ਕਿਸੇ ਦੇ ਦੇਖੋ ਬਿਆਨ ਦੇ ਆਧਾਰ 'ਤੇ ਉਹਦੇ ਪਰਚੇ ਨਹੀਂ ਹੋ ਸਕਦੇ। ਬਾਈ ਨੇਮ FIR ਕੱਟ ਦੇਣੀਆਂ, 20 ਬੰਦੇ ਅਣਪਛਾਤੇ ਲਿਖ ਦੇਣੇ, ਮਤਲਬ ਉਹ ਪਰਚੇ 'ਚ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ ਨਾ। ਸੋ ਇਸ ਕਰਕੇ ਮੈਨੂੰ ਲੱਗਦਾ ਪੋਲੀਟੀਕਲ ਮੋਟਿਵ ਸੀ। ਪੁਲਿਸ ਵਾਲੇ ਇਸ ਗੱਲ 'ਤੇ ਪ੍ਰੈਸ਼ਰ 'ਚ ਆਏ, ਉਹ ਉਸ ਇਲਾਕੇ ਦੇ ਪੁਲਿਸ ਵਾਲੇ, ਔਰ ਉਹਨਾਂ ਨੇ ਪੋਲੀਟੀਕਲੀ ਮੋਟਿਵ ਦੇ ਵਿੱਚੋਂ ਇਹ ਸਭ ਕੁਝ ਕੀਤਾ। ਪਰ ਉਹ ਤੋਂ ਬਾਅਦ ਜਦੋਂ ਜੇ ਦੇਖੋ ਸੱਚਾਈ ਹੁੰਦੀ ਕੋਈ ਕੇਸ ਦੇ ਵਿੱਚ ਤੇ ਭਾਵੇਂ ਕਿੱਡਾ ਮਰਜ਼ੀ ਕੋਈ ਪ੍ਰੈਸ਼ਰ ਪਾ ਦੇ, ਇੱਦਾਂ ਕੇਸ ਰੱਦ ਨਹੀਂ ਹੁੰਦੇ, ਬੰਦੇ ਰਿਹਾਅ ਨਹੀਂ। ਉਹ ਤੁਹਾਨੂੰ ਵੀ ਪਤਾ ਸਾਹਿਬ, ਤੁਸੀਂ ਵੀ ਦੇਖਿਆ ਹੈਗਾ ਕਿ ਆਮ ਤੌਰ 'ਤੇ ਕਿਸੇ ਦਾ ਵੀ ਪਰਚਾ ਹੋਵੇ, ਉਹਨੂੰ ਇਸ ਤਰ੍ਹਾਂ ਰਿਹਾਅ ਕਰਾਉਣਾ ਹੋਵੇ, ਉਹਨੂੰ 6-6 ਮਹੀਨੇ ਦਾ ਪ੍ਰੋਸੈਸ ਲੱਗ ਜਾਂਦਾ ਜੀ। ਵੈਸੇ ਜੇ ਪ੍ਰੈਸ਼ਰ ਵੀ ਹੋਵੇ ਤੁਹਾਡਾ ਤਾਂ ਵੀ ਲੱਗ ਜਾਂਦਾ, ਕਿਉਂਕਿ ਇੱਕ ਲੀਗਲ ਪ੍ਰੋਸੈਸ ਹੈ। ਜਿਹੜਾ ਪਰਚਾ ਹੀ ਇੱਕ FIR ਦੀ ਜਿਹੜੀ ਬੇਸਿਸ ਸੀ ਉਹ ਸੱਚ ਨਾ ਹੋ ਕੇ ਇੱਕ ਪੋਲੀਟੀਕਲ ਮੋਟਿਵ ਤੋਂ ਇੰਸਪਾਇਰਡ ਸੀ, ਤਾਂ ਕਰਕੇ ਫਿਰ ਉਹਨਾਂ ਨੂੰ ਏਡੀ ਛੇਤੀ ਰੱਦ ਕਰਨਾ ਪਿਆ। ਇਸ ਸਾਰੇ ਇੰਸੀਡੈਂਟ ਤੋਂ ਬਾਅਦ ਜਿਵੇਂ ਭਾਈ ਸਾਹਿਬ ਤੁਸੀਂ ਕਿਹਾ ਕਿ ਪਿਛਲੀ ਗੱਲ ਨਹੀਂ ਕਰਨੀ, ਬਟ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਇਮੇਜ 'ਤੇ ਤੁਹਾਨੂੰ ਲੱਗਦਾ ਕੋਈ ਫਰਕ ਪਿਆ? ਕੋਈ ਹੇਟ ਨਜ਼ਰੀਏ ਨਾਲ ਲੱਗਦਾ ਤੁਹਾਨੂੰ ਕੁਝ ਲੋਕ ਦੇਖਣਾ ਸ਼ੁਰੂ ਕਰਤਾ? ਪੋਜ਼ਿਟਿਵ ਤੇ ਚਲੋ ਜਿਹੜੇ ਤੁਹਾਡੇ ਨਾਲ ਨੇ, ਕਿਸੇ ਇਸ ਦਾ ਕੋਈ ਅਸਰ ਅੰਮ੍ਰਿਤਪਾਲ ਸਿੰਘ ਹੁਣਾਂ 'ਤੇ ਲੱਗਦਾ ਜੀ? ਨਹੀਂ, ਮੈਨੂੰ ਲੱਗਦਾ ਵੀ ਇਹਦੇ ਨਾਲ ਸੰਗਤ 'ਚ ਇੱਕ ਭਾਵਨਾ ਜ਼ਰੂਰ ਵਧੀ ਹੈ
ਵੀ ਦੇਖੋ ਆਪਾਂ ਨੂੰ ਜਦੋਂ ਸਿੰਘ ਕੋਈ ਗ੍ਰਿਫਤਾਰ ਹੁੰਦਾ ਨਿਰਦੋਸ਼ ਆ ਉਹਦੇ ਪਿੱਛੇ ਆਪਾਂ ਨੂੰ ਐਕਸ਼ਨ ਲੈਣੇ ਚਾਹੀਦੇ ਆ। ਔਰ ਇਹਦੇ ਨਾਲ ਜਦੋਂ ਅਸੀਂ ਉਸ ਤੋਂ ਬਾਅਦ 'ਚ ਅਗਲੇ ਦਿਨ ਵਹੀਰ 'ਤੇ ਗਏ ਹਾਂ, ਸੰਗਤਾਂ ਦਾ ਬਹੁਤ ਵੱਡਾ ਇਕੱਠ ਜਿਹੜਾ ਉੱਥੇ ਪਹੁੰਚਿਆ ਹੈ ਨਾ। ਅੱਜ ਵੀ ਸੰਗਤਾਂ ਸਵੇਰ ਤੋਂ ਜਿਹੜਾ ਮਿਲਣ ਦਾ ਅਸੀਂ ਦਰਸ਼ਨ ਕਰ ਰਹੇ ਹਾਂ। ਇਹਦੇ ਨਾਲ ਇੱਕ ਆਪਣੀ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਗੱਲਬਾਤ ਵੀ ਪਹੁੰਚੀ ਹੈ ਵੀ ਸਾਡੀ ਸਿੱਖਾਂ ਦੀ ਮੁਸ਼ਕਲ ਕੀ ਹੈ, ਪੰਜਾਬ ਦੇ ਮੁੱਦੇ ਕੀ ਨੇ। ਇਹ ਸਾਰੀ ਗੱਲਬਾਤ ਜਿਹੜੀ ਆ ਸਾਡੇ ਜਿਹੜੀ ਆ ਅਸੀਂ ਇੰਟਰਨੈਸ਼ਨਲ ਲੈਵਲ ਤੱਕ ਤਾਂ ਹੀ ਰੱਖ ਸਕੇ ਹਾਂ ਵੀ ਸਾਰਾ ਕੁਝ ਵਾਪਰਿਆ। ਉਹਦੇ ਬਾਅਦ ਮੀਡੀਆ ਨੇ ਜਿਹੜਾ ਸਾਰਾ ਮਸਲੇ ਨੂੰ ਸੁਣਿਆ ਹੈ। ਤੇ ਮੈਨੂੰ ਲੱਗਦਾ ਵੀ ਇਹਦਾ ਹਾਂ ਪੱਖੀ ਆਪਣੇ ਕੋਲ ਬਹੁਤ ਚੀਜ਼ਾਂ ਨੇ ਜਿਹੜੀਆਂ ਵੇਖਣੀ। ਹਾਂ, ਜਿਹੜੇ ਮੇਰੇ ਪਹਿਲਾਂ ਹੀ ਵਿਰੋਧੀ ਸਨ, ਤੁਸੀਂ ਮੇਰਾ ਕੋਈ ਨਵਾਂ ਵਿਰੋਧੀ ਨਹੀਂ ਗਿਣਾ ਸਕਦੇ। ਜਿਹੜੇ ਪਹਿਲਾਂ ਹੀ ਮੇਰੇ ਵਿਰੋਧੀ ਸਨ ਉਹ ਵੱਖਰੇ ਵੱਖਰੇ ਬਹਾਨੇ ਬਣਾ ਕੇ ਵਿਰੋਧ ਕਰਦੇ, ਉਹ ਹੀ ਹੁਣ ਨਵਾਂ ਬਹਾਨਾ ਲੱਭ ਕੇ ਵਿਰੋਧ ਕਰਨ ਲੱਗ ਪਏ ਨੇ। ਉਹਨਾਂ ਦੀ ਆਪਾਂ ਨੂੰ ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ। ਭਾਈ ਸਾਹਿਬ, ਤੁਸੀਂ ਆਪਣੇ ਤੌਰ ਤੇ ਕੀ ਕਹਿਣਾ ਚਾਹੁੰਦੇ? ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਨਾਲ ਲੈ ਕੇ ਗਏ ਸੀਗੇ, ਜਿਵੇਂ ਹੁਣ ਕੁਝ ਵੀਡੀਓ ਪਾਈਆਂ ਜਾ ਰਹੀਆਂ, ਤੁਸੀਂ ਤੇ ਕਲੀਅਰ ਕਰਤਾ ਜੀ, ਤੁਸੀਂ ਤੇ ਖੁਦ ਅੱਗੇ ਲੱਗ ਕੇ ਸੀ ਥਾਣੇ ਦੇ ਅੰਦਰ ਵੀ ਤੁਸੀਂ ਗਏ ਕਿ ਭਾਈ ਸਾਹਿਬ ਜਿਹੜੇ ਸੀ ਉਹਦੀ ਆੜ ਲੈ ਕੇ ਚਲੇ ਗਏ। ਨਹੀਂ, ਦੇਖੋ ਉਹ ਬਾਅਦ ਦੀ ਵੀਡੀਓ ਪਹਿਲਾਂ ਸ਼ੇਅਰ ਕਰ ਰਹੇ ਨੇ। ਜਦੋਂ ਆਪਾਂ ਥਾਣੇ 'ਚੋਂ ਨਿਕਲੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਆਪਾਂ ਸੁੱਖ ਆਸਣ ਕਰਨਾ ਸੀ ਗੁਰੂ ਘਰ ਦੇ ਵਿੱਚ, ਉਦੋਂ ਤੁਸੀਂ ਉੱਥੇ ਹੀ ਸੀ, ਉਦੋਂ ਅਸੀਂ ਪਿੱਛੇ ਸੀ, ਹੈ ਨਾ। ਬਾਕੀ ਪਾਲਕੀ ਨੂੰ ਕਿਸੇ ਬੈਰੀਕੇਡ ਨੂੰ ਤੋੜਨ ਲਈ ਨਹੀਂ ਵਰਤਿਆ ਗਿਆ, ਪਾਲਕੀ ਪਿੱਛੇ ਸੀ, ਸੰਗਤਾਂ ਅੱਗੇ ਸੀ, ਉਹ ਤੋਂ ਪਹਿਲਾਂ ਹੀ ਲਾਠੀ ਚਾਰਜ ਹੋਇਆ। ਸੋ ਮੈਨੂੰ ਇਹ ਲੱਗਦਾ ਵੀ ਇਹ ਸਿਰਫ ਬਹਾਨੇਬਾਜ਼ੀ ਹੈ। ਪੁਲਿਸ ਨੂੰ ਦੇਖੋ, ਜਿਹੜਾ ਸਿਸਟਮ ਹੈ ਪੁਲਿਸ ਦਾ, ਮੈਂ ਚਾਹੁੰਦਾ ਵਿੱਚ ਰਿਫਾਰਮਸ ਹੋਣ। ਇਹ ਕਲੋਨੀਅਲ ਪੁਲਿਸ ਵਾਲਾ ਸਿਸਟਮ ਨਾ ਹੋਵੇ ਵੀ ਜਿੱਦਾਂ ਅੰਗਰੇਜ਼ਾਂ ਦੀ ਪੁਲਿਸ ਹੁੰਦੀ ਸੀ, ਹਾਂ ਉੱਦਾਂ ਦੀ ਨਾ ਸਿਸਟਮ ਹੋਵੇ। ਇਹ 'ਚ ਰਿਫਾਰਮਸ ਹੋਣ। ਪੁਲਿਸ 'ਤੇ ਵੀ ਇੱਕ ਦਬਾਅ ਹੁੰਦਾ ਹੈ ਇਹੋ ਜਿਹੇ ਕੇਸਾਂ ਦੇ ਵਿੱਚ, ਔਰ ਉਹਨਾਂ ਨੂੰ ਉਹ 'ਤੇ ਇਹ ਬਹਾਨੇਬਾਜ਼ੀ ਹੁਣ ਇੱਕ ਨਵਾਂ ਕੰਮ ਸ਼ੁਰੂ ਕੀਤਾ ਹੋਇਆ ਸਰਕਾਰ ਵੱਲੋਂ ਵੀ ਸਰਪੰਚਾਂ ਤੱਕ ਇਹ ਮੈਸੇਜ ਲਾਇਆ ਜਾ ਰਿਹਾ ਵੀ ਪੁਲਿਸ ਨੇ ਜੀ ਦੇਖੋ ਤਾਂ ਨਹੀਂ ਐਕਸ਼ਨ ਲਿਆ। ਮਸਲਾ ਪੁਲਿਸ ਨੇ ਬਰਗਾੜੀ ਵੀ ਲਿਆ ਸੀ, ਪੁਲਿਸ ਨੇ ਤੇ ਆਰਡਰ ਫੋਲੋ ਕਰਨਾ ਹੁੰਦਾ। ਉਹਨਾਂ ਦੇ ਲਈ ਕੋਈ ਸਤਿਕਾਰ ਜਿੱਦਾਂ ਮਸਲਾ ਮਾਇਨੇ ਨਹੀਂ ਰੱਖਦਾ ਹੁੰਦਾ ਬਹੁਤਾ। ਸੋ ਇਹ ਜਿਹੜਾ ਬਹਾਨੇਬਾਜ਼ੀ ਘੜਨੀ ਹੈ, ਇਹ 'ਚ ਸਾਰੀ ਚੀਜ਼ ਨੂੰ ਜਿਹੜਾ ਮਿਸ ਕੀਤਾ ਜਾ ਰਿਹਾ ਉਹ ਇਹ ਹੈ ਵੀ ਇੱਕ ਨਿਰਦੋਸ਼ ਬੰਦਾ ਜੇਲ੍ਹ 'ਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਹੜਾ ਬੰਦਾ ਬਾਹਰ ਆਇਆ। ਸੋ ਇਹ ਚੀਜ਼ ਨੂੰ ਅੱਗੇ ਆਪਾਂ ਨੂੰ ਲੈ ਕੇ ਆਉਣਾ ਚਾਹੀਦਾ। ਭਾਈ ਸਾਹਿਬ, ਜਿਹੜੀ ਪੁਲਿਸ ਦੇ ਕੁਝ ਮੁਲਾਜ਼ਮਾਂ ਦੇ ਜਿਹੜੀਆਂ ਸੱਟਾਂ ਲੱਗੀਆਂ, ਤੁਸੀਂ ਉਸ ਦਿਨ ਦੱਸਿਆ ਸੀ ਕਿ 21 ਤੁਹਾਡੇ ਸਾਥੀ ਵੀ ਜਿਹੜੇ ਨੇ ਸੱਟਾਂ ਉਹਨਾਂ ਦੇ ਵੀ ਲੱਗੀਆਂ। ਪੁਲਿਸ ਦੇ ਮੁਲਾਜ਼ਮ ਕਹਿ ਰਹੇ ਨੇ ਕਿ ਸਾਡੇ ਵੀ ਸੱਟਾਂ ਲੱਗੀਆਂ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਸਰਵ ਉੱਪਰ ਆ। ਪਰ ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਜਿਹੜੇ ਬੰਦਿਆਂ ਦੇ ਬਹੁਤ ਜ਼ਿਆਦਾ ਸੱਟਾਂ ਦਿਖਾਈਆਂ ਜਾ ਰਹੀਆਂ, ਉਹ ਬੰਦੇ ਸਾਡੇ ਨਾਲ 2-3 ਘੰਟੇ ਖੜੇ ਰਹੇ ਪੋਜੀਸ਼ਨ 'ਚ ਬਾਅਦ 'ਚ ਸਾਰਾ ਕੁਝ ਹੋਣ ਤੋਂ। ਮਤਲਬ ਜੇ ਇੰਨੀ ਗੰਭੀਰ ਸੱਟ ਸੀ ਫਿਰ ਉੱਥੇ ਤੇ ਹੁਣ ਜਾਣ ਦਾ ਮਤਲਬ ਨਹੀਂ ਉਹਨਾਂ ਦਾ ਕੋਈ। ਉਹ ਬਾਅਦ ਦੇ ਵਿੱਚ ਸਾਰੀ ਗੱਲ ਨੂੰ ਪ੍ਰਾਪੋਗੰਡੇ ਦੇ ਤਹਿਤ ਇਹ ਕਹਿਣ ਨੂੰ ਵੀ ਮਹਾਰਾਜ ਦਾ ਸਤਿਕਾਰ ਕਰਕੇ ਅਸੀਂ ਕੁੱਟ ਖਾਧੀ, ਇਹ ਝੂਠ ਵਾਲੀ ਗੱਲ ਹੈ। ਤੁਸੀਂ ਸਾਰੀ ਵੀਡੀਓ ਐਵੀਡੈਂਸ 'ਚ ਸਾਬਤ ਕਰ ਦਿਓ ਵੀ ਪਾਲਕੀ ਕਿੰਨੀ ਪਿੱਛੇ ਹੈ, ਸੰਗਤ ਕਿੰਨੀ ਅੱਗੇ ਹੈ, ਇਹ ਸਾਰਾ ਕੁਝ। ਫਿਰ ਜਦੋਂ ਪੁਲਿਸ ਦੇ ਬੈਰੀਕੇਡ ਟੁੱਟੇ ਨੇ, ਅਸੀਂ ਜਦੋਂ ਅੰਦਰ ਗਏ ਫਿਰ ਪਾਲਕੀ ਦੀ ਜਗ੍ਹਾ ਬਣਾਈ ਗਈ, ਫਿਰ ਪਾਲਕੀ ਸਾਹਿਬ ਨੂੰ ਅੰਦਰ ਲਿਆਂਦਾ ਗਿਆ। ਫਿਰ ਸੰਗਤ ਜੇ ਉੱਥੇ ਪਾਲਕੀ ਸਾਹਿਬ ਨਾ ਹੋਣ ਬਾਈ ਚਾਂਸ, ਫਿਰ ਸੰਗਤ ਮਰਿਆਦਾ 'ਚ ਬੈਠ ਨਹੀਂ ਸੀ ਸਕਦੀ, ਫਿਰ ਕੀਰਤਨ ਨਹੀਂ ਸੀ ਹੋਣਾ, ਫਿਰ ਅੰਮ੍ਰਿਤ ਸੰਚਾਰ ਨਹੀਂ ਸੀ ਹੋ ਸਕਦਾ। ਅਸੀਂ ਤੇ ਘਰੋਂ ਹੀ ਕਿਹਾ ਸੀ ਵੀ ਜਿੱਥੇ ਅਸੀਂ ਰੋਕਣਗੇ ਅਸੀਂ ਅੰਮ੍ਰਿਤ ਸੰਚਾਰ ਕਰਾਵਾਂਗੇ। ਹੁਣ ਉਹਨਾਂ ਨੇ ਸਾਨੂੰ ਪਹਿਲੇ ਬੈਰੀਕੇਡ ਸਾਡੇ ਤੋਂ ਜਾਣ ਤੋਂ ਪਹਿਲਾਂ ਸੰਗਤ ਨੇ ਹਟਾ ਦਿੱਤੇ ਸੀ। ਜਿਹੜੇ 3 ਲੇਅਰ ਦੀ ਬੈਰੀਕੇਡ ਅਜਨਾਲਾ 'ਚ ਸੀ, ਸਾਡੇ ਜਾਣ ਤੋਂ ਪਹਿਲਾਂ ਹੀ ਹਟ ਚੁੱਕੀ ਸੀ। ਭਾਈ ਸਾਹਿਬ, ਤੁਸੀਂ ਤਾਂ ਨਹੀਂ ਕਿਸੇ ਨੂੰ ਕਿਹਾ ਪ੍ਰਵੋਕ ਕੀਤਾ ਜਿਵੇਂ ਕਿਹਾ? ਸਗੋਂ ਸੰਗਤ ਨੂੰ ਇਹ ਗੱਲ ਕਹੀ ਵੀ ਤੁਸੀਂ ਸ਼ਾਂਤੀ ਰੱਖਣੀ ਹੈ। ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਐਵੀਡੈਂਸਸ ਨੇ। ਪਰ ਪ੍ਰਵੋਕ ਕਰਨ ਦਾ ਪਤਾ, ਪ੍ਰਵੋਕ ਤੇ FIR ਨਾਲ ਹੀ ਬੰਦੇ ਹੋ ਜਾਂਦੇ ਨੇ। ਇੱਕ ਇਨਜਸਟਿਸ ਦੀ ਭਾਵਨਾ ਹੈ ਸਿੱਖਾਂ ਦੇ ਵਿੱਚ। ਤੁਸੀਂ ਬਾਰ-ਬਾਰ ਯੂਥ ਨੂੰ ਇਹ ਕਹੋਗੇ ਨਹੀਂ ਜੀ ਅਸੀਂ ਇਦਾਂ ਹੀ ਕਰਨਾ ਹੈ, ਫਿਰ ਉਹਦੇ ਨਾਲ ਜਿਹੜਾ ਪ੍ਰਵੋਕ ਕਰਨ ਵਾਲੀ ਗੱਲ ਨਹੀਂ। ਕਿਸਾਨੀ ਮੋਰਚੇ 'ਚ ਵੀ ਇਹੋ ਸੀ ਵੀ ਜਿੱਥੇ ਲੋਕ ਜਾਣਾ ਚਾਹੁੰਦੇ ਤੁਸੀਂ ਜਾਣ ਦਿਓ। ਦਿੱਲੀ ਜਾ ਕੇ ਸ਼ਾਂਤਮਈ ਬੈਠ ਹੀ ਗਏ ਹੋ। ਉੱਥੇ ਹਰਿਆਣੇ ਦੇ ਵਿੱਚ ਜੋ ਕੁਛ ਹੋਇਆ ਉਹਦੇ ਨਾਲ ਕਿੰਨੀ ਵਾਇਲੈਂਸ ਜਿਹੜੀ ਸੀ ਆਪਣੇ ਹੁਣ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਕਿਸਾਨ ਮੋਰਚਾ ਆਲ ਓਵਰ ਵਾਇਲੈਂਟ ਮੋਰਚਾ ਸੀ, ਆਪਾਂ ਪੀਸਫੁਲ ਮੋਰਚਾ ਕਹਿੰਦੇ ਹਾਂ। ਪਰ ਪਹਿਲੇ ਦਿਨ ਤੇ ਉੱਥੇ ਪਹੁੰਚਣ ਲਈ ਉਹਨਾਂ ਨੂੰ ਵਾਇਲੈਂਸ ਦੀ ਸਹਾਰਾ ਲੈਣਾ ਪਿਆ। ਅਸੀਂ ਤੇ ਅਜਨਾਲੇ ਜਦੋਂ ਪਹੁੰਚ ਗਏ ਹਾਂ, ਫਿਰ ਸਾਨੂੰ ਥਾਣੇ 'ਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰਨੀ, ਇਹ ਕਿੰਨੀ ਬੇਹੂਦਾ ਜੀ ਗੱਲ। ਇੱਕ ਪਾਸੇ ਕਹਿਣਾ ਅਸੀਂ ਸਤਿਕਾਰ ਕਰਦੇ ਹਾਂ ਮਹਾਰਾਜ ਦਾ, ਦੂਜੇ ਪਾਸੇ ਫਿਰ ਬੈਰੀਕੇਡ ਲਾਉਣੇ ਸੀ ਜੀ ਸਤਿਕਾਰ ਕਰਦੇ ਹਾਂ। ਤੇ ਇਹ ਦੋਵੇਂ ਚੀਜ਼ਾਂ ਕੰਟਰਾਡਿਕਟਰੀ ਨੇ। ਭਾਈ ਸਾਹਿਬ, ਇਹ ਸਾਰੇ ਇਨਸੀਡੈਂਟ ਤੋਂ ਬਾਅਦ ਤੁਸੀਂ ਕੀ ਸਮਝਦੇ? ਤੁਸੀਂ ਕੁਝ ਕਹਿ ਰਹੇ ਕਿ ਸਿੱਧਾ ਸਟੇਟ ਨੂੰ ਤੁਸੀਂ ਚੈਲੰਜ ਕਰ ਰਹੇ ਜੀ? ਨਹੀਂ, ਦੇਖੋ ਸਟੇਟ ਨੂੰ ਨਹੀਂ ਚੈਲੰਜ ਹੁੰਦਾ। ਗੱਲ ਇਹ ਹੁੰਦੀ ਆ ਵੀ ਜਦੋਂ ਕੋਈ ਵੀ ਬੰਦਾ ਸਟੇਟ ਜਦੋਂ ਝੂਠੀ FIR ਦਾ ਸਹਾਰਾ ਲੈ ਕੇ ਧਰਮ ਪ੍ਰਚਾਰ ਨੂੰ ਰੋਕਣ ਦਾ ਯਤਨ ਕਰੂਗੀ, ਸਾਡੀ ਆਵਾਜ਼ ਨੂੰ ਦਬਾਊਗੀ, ਉਹਦੇ ਕੁਛ ਨਾ ਕੁਛ ਕੌਨਸੀਕੁਐਂਸਸ ਤਾਂ ਨਿਕਲਣਗੇ ਨਾ। ਇਤਿਹਾਸ 'ਚ ਵੀ ਆਪਾਂ ਵੇਖੇ ਨੇ, ਹੁਣ ਵੀ ਆਪਾਂ ਵੇਖ ਰਹੇ ਹਾਂ। ਇਹ ਸਾਰੇ ਵਰਤਾਰੇ ਕਿੱਥੋਂ ਸ਼ੁਰੂ ਹੁੰਦੇ ਆ ਵੀ ਜਦੋਂ ਆਪਾਂ ਝੂਠ ਦਾ ਸਹਾਰਾ ਲੈਂਦੇ ਹਾਂ, ਪੋਲੀਟੀਕਲੀ ਕਿਸੇ ਨੂੰ ਦੱਬਣ ਦੀ ਯਤਨ ਕਰਦੇ ਹਾਂ। ਅਸੀਂ ਵੋਟਾਂ 'ਤੇ ਲੜਨੀਆਂ ਨਹੀਂ, ਨੌਜਵਾਨ ਨਸ਼ੇ ਛਡਾਉਣਾ ਕੰਮ ਸਟੇਟ ਦਾ ਹੈ। ਇਹ ਸਟੇਟ ਦੇ ਕੰਮ ਜਦੋਂ ਸਟੇਟ ਨਹੀਂ ਕਰ ਪਾ ਰਹੀ, ਫੇਲੀਅਰ ਹੈ ਸਟੇਟ ਦਾ ਬਹੁਤ ਚੀਜ਼ਾਂ ਦੇ ਵਿੱਚ, ਸਰਕਾਰਾਂ ਦਾ ਫੇਲੀਅਰ ਹੈ। ਉਹ ਆਪਣੇ ਫੇਲੀਅਰ ਨੂੰ ਦਬਾਉਣ ਲਈ ਇਹੋ ਜਿਹੇ ਮੁੱਦਿਆਂ ਨੂੰ ਐਂਟਰਟੇਨਿੰਗ ਬਣਾ ਦਿੰਦੀ ਹੈ। ਭਾਈ ਸਾਹਿਬ, ਅਸੀਂ ਸੁਬਾਹ ਤੁਹਾਡੇ ਘਰ ਦੇਖ ਰਹੇ ਹਾਂ, ਸੰਗਤ ਆ ਰਹੀ ਆ। ਇਹ ਕੁਝ ਅਜਿਹਾ ਕੁਝ ਸਮਾਂ ਪਿੱਛੇ ਚੱਲ ਜੀ, ਮੈਂ ਉਹਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ। ਸੰਗਤ ਜਿਵੇਂ ਆਪਣੇ ਦੁੱਖ ਲੈ ਕੇ ਕੁਝ ਆ ਰਹੇ ਨੇ, ਕੋਈ ਅਸੀਂ ਦੇਖਿਆ ਕਿ ਕਿਸੇ ਨੂੰ ਪਰੇਸ਼ਾਨੀ ਸੀ, ਉਹ ਤੁਹਾਡੇ ਕੋਲੋਂ ਤੁਸੀਂ ਗੱਲ ਵੀ ਸੁਣ ਰਹੇ ਸੀ। ਤਾਂ ਇਹ ਜਿਹੜੀ ਤੁਹਾਡੀ ਇਮੇਜ ਨੂੰ ਇੱਕ ਪਿਛਲੇ ਸਮੇਂ ਦੇ ਵਿੱਚ ਜਿਹੜੀ ਇਮੇਜ ਉਹਨਾਂ ਕਰਕੇ ਦੇਖਿਆ ਜਾ ਰਿਹਾ, ਬਾਅਦ 'ਚ ਉਹਦੇ ਕੌਨਸੀਕੁਐਂਸਿਸ ਕੀ ਹੋਏ ਉਹ ਬਾਅਦ ਦੀ ਗੱਲ ਆ। ਬਟ ਤੁਹਾਡੀ ਇਮੇਜ ਨੂੰ ਇੱਕ ਇਮੇਜ ਦੇ ਨਾਲ ਲੈ ਕੇ ਪ੍ਰਚਾਰਿਆ ਜਾ ਰਿਹਾ।
ਨਹੀਂ ਦੇਖੋ, ਹਰ ਸਮੇਂ ਤੇ ਜਦੋਂ ਸਰਕਾਰਾਂ ਤੋਂ ਲੋਕਾਂ ਦਾ ਭਰੋਸਾ ਉੱਠ ਜਾਵੇ, ਇੱਕ ਤੰਤਰ ਤੋਂ ਭਰੋਸਾ ਉੱਠ ਜਾਵੇ, ਉਹਨਾਂ ਨੂੰ ਕਿਤੇ ਆਸ ਜਾਗੇ ਤੇ ਲੋਕ ਆਉਂਦੇ ਨੇ। ਅਸੀਂ ਕਰ ਸਕੀਏ ਨਾ ਕਰ ਸਕੀਏ ਉਹ ਵੱਖਰਾ ਵਿਸ਼ਾ ਹੈ, ਪਰ ਲੋਕ ਆਪਣੀ ਆਸ ਲੈ ਕੇ ਆਉਂਦੇ ਨੇ। ਲੋਕਾਂ ਨੇ ਜਿੱਥੇ ਕਿਸੇ ਨੂੰ ਜੋੜਨਾ ਜੋੜ ਲੈਂਦੇ ਨੇ, ਕਿਸੇ ਨਾਲ ਵੀ ਮੁਲਾਂਕਣ ਕਰ ਲੈਂਦੇ ਨੇ, ਹੈ ਨਾ। ਸੋ ਮੈਨੂੰ ਐਂ ਲੱਗਦਾ ਵੀ ਦੌਰ ਵੀ ਵੱਖਰਾ ਹੁੰਦਾ ਹੈ ਤੇ ਸ਼ਖਸੀਅਤ ਵੀ ਵੱਖਰੀ ਹੁੰਦੀ ਹੈ ਬਹੁਤ ਹੱਦ ਤੱਕ, ਹੈ ਨਾ। ਸੋ ਆਪਾਂ ਨੂੰ ਬਸ਼ਰਤੇ ਵੀ ਆਪਾਂ ਇੱਕ ਦੂਜੇ ਨਾਲ ਕਿਸੇ ਦਾ ਮੁਲਾਂਕਣ ਕਰੀਏ, ਉਹਦੇ ਨੂੰ ਚੰਗਾ ਹੈ ਵੀ ਆਪਾਂ ਅੱਜ ਜਿਹੜੇ ਲੋਕ ਆ ਰਹੇ ਨੇ ਇਹ ਸਾਡੇ ਕੋਲ ਤਾਂ ਪਹੁੰਚੇ ਸਿਸਟਮ ਦੇ ਫੇਲੀਅਰ ਕਰਕੇ। ਨਹੀਂ ਤਾਂ ਜਿਹੜੀ ਇਹ ਮੰਗ ਲੈ ਕੇ ਆਉਂਦੇ ਨੇ ਕੋਈ ਵੀ, ਜਾਂ ਨਸ਼ਾ ਹੈ, ਨਸ਼ਾ ਕੰਟਰੋਲ ਗਵਰਨਮੈਂਟ ਨੇ ਕਰਨਾ, ਅਸੀਂ ਤਾਂ ਕਰਨਾ ਨਹੀਂ। ਸੋ ਜਿਹੜੇ ਗਵਰਨਮੈਂਟ ਜਦੋਂ ਫੇਲੀਅਰ ਹੁੰਦਾ ਹੈ, ਉਹ ਫੇਲੀਅਰ 'ਤੇ ਕੰਮ ਕਰਨ ਦੀ ਬਜਾਏ ਗਵਰਨਮੈਂਟ ਪ੍ਰੋਪੇਗੈਂਡਾ ਕਰਨ ਲੱਗ ਪੈਂਦੀ ਹੈ। ਸੋ ਜੇ ਇਹੋ ਹੀ ਸਵਾਲ ਇਹ ਹੋਵੇ ਵੀ ਪੁਲਿਸ ਦੀ ਟ੍ਰੇਨਿੰਗ ਦਿੱਤੀ ਜਾਵੇ, ਪੁਲਿਸ ਨੂੰ ਵੀ ਝੂਠੀ FIR ਨਹੀਂ ਕਰਨੀ, ਜਿੰਨਾ ਮਰਜ਼ੀ ਪ੍ਰੈਸ਼ਰ ਹੋਵੇ ਤੁਹਾਡੇ 'ਤੇ, ਪੁਲਿਸ ਨੂੰ ਪੋਲੀਟੀਕਲੀ ਪ੍ਰੈਸ਼ਰ ਤੋਂ ਆਜ਼ਾਦ ਕਰਨ ਦੇ ਕੋਈ ਲਾਅ ਬਣਾਏ ਜਾਣ, ਹੈ ਨਾ। ਸੋ ਇਸੇ ਤਰੀਕੇ ਦੇ ਨਾਲ ਜਿਹੜੀ ਪੁਲਿਸਿੰਗ ਸਿਸਟਮ ਇਹਨੂੰ ਬੈਟਰ ਕਰਨ ਦੇ ਤਰੀਕੇ ਬਣਾਏ ਜਾਣ। ਹਿਊਮਨ ਰਾਈਟ ਦੇ ਮਸਲੇ ਨੂੰ ਜਾਂਚਿਆ ਜਾਵੇ ਵੀ ਬੰਦੇ ਨੂੰ ਕਿਵੇਂ ਚੱਕਣਾ ਹੈ, ਕਿਵੇਂ ਇੰਟੈਰੋਗੇਟ ਕਰਨਾ ਹੈ, ਉਹ ਸਾਰੀ ਗੱਲਬਾਤ ਹੋਵੇ। ਵੀ ਜੇ ਤੇ ਗਰੋ ਕਰਨਾ ਹੈ, ਜੇ ਤੇ ਫਿਰ ਉਹੋ ਹੀ ਕਲੋਨੀਅਲ ਸਿਸਟਮ ਦੀ ਵਰਤੋਂ ਕਰਨੀ ਹੈ ਤੇ ਫਿਰ ਤੇ ਕੋਈ ਗੱਲ ਨਹੀਂ, ਫਿਰ ਤੇ ਚੱਲ ਰਿਹਾ ਸਿਸਟਮ, ਫਿਰ ਤੇ ਉਹਦੇ ਰਿਪਰੈਸ਼ਨ ਵੀ ਹੋਣਗੇ, ਉਹਦੇ ਓਪੋਜੀਸ਼ਨ ਵੀ ਹੋਊਗੀ, ਫਿਰ ਤੇ ਬਹੁਤ ਕੁਝ ਵਾਪਰਦਾ ਹੈ ਕਲੋਨੀਅਲ ਸਿਸਟਮ ਦੇ ਵਿੱਚ। ਭਾਈ ਸਾਹਿਬ ਲਗਾਤਾਰ, ਕਿਉਂਕਿ ਤੁਸੀਂ ਜਿਹੜੇ ਆ ਵਿਚਾਰ ਖੁੱਲ੍ਹ ਕੇ ਆਪਣੇ ਰੱਖਦੇ ਹੋ, ਜਿਹੜੇ ਤੁਹਾਡੀ ਇਸ ਪਿਛਲੇ ਸਰਗਰਮ ਹੋਣ ਦੇ ਨਾਲ ਖਾਸ ਤੌਰ ਤੇ 3-4 ਦਿਨਾਂ ਤੋਂ ਇੱਕ ਖਾਲਿਸਤਾਨ ਦਾ ਮੁੱਦਾ ਉਸ ਨੂੰ ਵੀ ਉਭਾਰਨਾ ਸ਼ੁਰੂ ਕਰ ਦਿੱਤਾ, ਤੁਸੀਂ ਵੀ ਖੁੱਲ੍ਹ ਕੇ ਵਿਚਾਰ ਰੱਖ ਰਹੇ ਹੋ। ਸਭ ਤੋਂ ਪਹਿਲਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ, ਇਹ ਸਿੱਖਾਂ ਦੀ ਐਸਪੀਰੇਸ਼ਨ ਹੈ ਰਾਜ ਦੀ। ਰਾਜ ਕਰੇਗਾ ਖਾਲਸਾ ਦਾ ਜਿਹੜਾ ਨਾਅਰਾ ਹੈ ਉਹ ਗੁਰੂ ਦਾ ਦਿੱਤਾ ਹੋਇਆ ਨਾਅਰਾ ਹੈ। ਅਰਦਾਸ 'ਚ ਅਸੀਂ 2 ਟਾਈਮ ਪੜ੍ਹਦੇ ਹਾਂ, ਹਰ ਸਿੱਖ ਤਾਂ 2 ਵਾਰੀ ਅਰਦਾਸ ਤੇ ਕਰਦਾ ਹੀ ਹੈ। ਫਿਰ ਇਹ ਸਾਡੇ ਅਕਾਲ ਤਖਤ ਸਾਹਿਬ ਦੀ ਸੋਵਰਨਟੀ ਦਾ ਮਸਲਾ ਵੀ ਹੈ। ਸੋ ਮੈਨੂੰ ਐਂ ਲੱਗਦਾ ਵੀ ਜਿਹੜਾ ਇਹ ਸਾਰਾ ਸਾਡਾ ਨਾਅਰਾ ਹੈ ਰਾਜ ਕਰੇਗਾ ਖਾਲਸਾ ਦਾ, ਇਹ ਸਾਰੇ ਵਰਤਾਰੇ ਦੇ ਵਿੱਚ ਇੱਕ ਸਮਝਣ ਵਾਲੀ ਚੀਜ਼ ਹੈ ਵੀ ਜਿਵੇਂ ਹਿੰਦੂ ਰਾਸ਼ਟਰ ਦੀ ਗੱਲ ਚੱਲਦੀ ਹੈ, ਇਹਦੇ 'ਚ ਕੋਈ ਇਹਨੂੰ ਮਾੜਾ ਨਹੀਂ ਸਮਝਦਾ, ਕੋਈ ਤੇ ਡਿਬੇਟ ਨਹੀਂ ਹੁੰਦੀ, ਕੋਈ ਰੌਲਾ ਨਹੀਂ ਪੈਂਦਾ, ਕੋਈ ਪੁਲਿਸ ਨਹੀਂ ਐਕਟਿਵ ਹੁੰਦੀ, ਹੈ ਨਾ। ਫਿਰ ਇੱਦਾਂ ਹੀ ਸਿੱਖਾਂ ਦੇ ਰਾਜ ਦੀ ਗੱਲ ਦੇ ਉੱਤੇ ਇੱਦਾਂ ਕਰਨਾ, ਮੇਰੇ ਖਿਆਲ ਨਾਲ ਇਹ ਇੱਕ ਗੁਲਾਮੀ ਦਾ ਅਹਿਸਾਸ ਕਰਾਉਣ ਵਾਲੀ ਗੱਲ ਹੈ। ਜਦੋਂ ਸਾਰੇ ਸੋਸ਼ਲਿਜ਼ਮ ਦੀ ਗੱਲ ਕਰਨੀ ਹੋਵੇ ਕਾਮਰੇਡਾਂ ਵੱਲੋਂ ਕੀਤੀ ਜਾ ਸਕਦੀ ਹੈ। ਇਨਕਲਾਬ ਜਿੰਦਾਬਾਦ ਦਾ ਨਾਅਰਾ ਹੈ, ਪ੍ਰੋਹਿਬਿਟਡ ਨਹੀਂ ਹੈਗਾ। ਇਸੇ ਤਰੀਕੇ ਨਾਲ ਇਹ ਜਿਹੜੇ ਨਾਅਰੇ ਨੇ, ਇਹਨਾਂ ਨੂੰ ਸਿੱਖ ਜਦੋਂ ਗੱਲ ਕਰਦੇ ਨੇ ਆਪਣੇ ਰਾਜ ਦੀ, ਆਪਣੇ ਗਵਾਚੇ ਰਾਜ ਨੂੰ ਲੈਣ ਦੀ, ਮਹਾਰਾਜਾ ਰਣਜੀਤ ਸਿੰਘ ਰਾਜ ਦੀ ਮੁੜ ਵਾਪਸੀ ਦੀ, ਜਾਂ ਬੰਦਾ ਸਿੰਘ ਬਹਾਦਰ ਦੇ ਰਾਜ ਦੀ, ਜਾਂ ਅਨੰਦਪੁਰ ਦੇ ਰਾਜ ਦੀ ਵਾਪਸੀ ਦੀ ਗੱਲ ਕਰਦੇ ਨੇ, ਉਦੋਂ ਸਿੱਖਾਂ ਨੂੰ ਇਹ ਈਵਲ ਬਣਾ ਕੇ ਪੇਸ਼ ਕਰਦੇ ਨੇ ਵੀ ਬੜਾ ਦੈਂਤ ਆ ਗਿਆ ਜੀ ਕੋਈ। ਮੈਨੂੰ ਲੱਗਦਾ ਵੀ ਜੇ ਖਾਲਿਸਤਾਨ ਦੀ ਗੱਲ ਸੁਪਰੀਮ ਕੋਰਟ ਕਹਿੰਦਾ ਵੀ ਤੁਸੀਂ ਪੀਸਫੁਲ ਮੈਨਰ ਨਾਲ ਕਰ ਸਕਦੇ ਜੋ, ਫਿਰ ਜਾਂ ਤੇ ਜਿਹੜੀ ਸਟੇਟ ਹੈ ਉਹ ਸੁਪਰੀਮ ਕੋਰਟ ਨੂੰ ਨਹੀਂ ਮੰਨਦੀ, ਫਿਰ ਜਾਂ ਤੇ ਡੈਮੋਕ੍ਰੇਸੀ ਰਹੀ ਨਹੀਂ। ਡੈਮੋਕ੍ਰੇਸੀ ਦੇ ਵਿੱਚ ਸੈਲਫ ਡਿਟਰਮੀਨੇਸ਼ਨ ਜਿਹੜੀ ਹੈ ਬਹੁਤ ਰਿਸਪੈਕਟਡ ਚੀਜ਼ ਹੈ। ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਲੋਕਤੰਤਰ ਹੈ, ਉੱਥੇ ਤੇ ਲੋਕਾਂ ਨੇ ਆਪਣੀ ਰਾਏ ਰੱਖ ਕੇ ਆਪਣੇ ਆਪ ਨੂੰ ਵੱਖ ਕਰਨ ਦੀਆਂ ਗੱਲਾਂ ਵੀ ਕੀਤੀਆਂ ਨੇ। ਕਿਤੇ ਵਾਇਲੈਂਸ ਨਹੀਂ ਹੋਈ, ਕਿਤੇ ਹਿੰਸਾ ਉਦੋਂ ਹੁੰਦੀ ਹੈ ਜਦੋਂ ਤੁਸੀਂ ਵਿਚਾਰਾਂ ਨੂੰ ਦੱਬਦੇ ਜੋ। ਪੀਸ ਦੀ ਭਾਈ ਸਾਹਿਬ ਤੁਸੀਂ ਗੱਲ ਕੀਤੀ ਕਿ ਪੀਸ ਨਾਲ ਸੁਪਰੀਮ ਕੋਰਟ ਦਾ, ਮਾਨਯੋਗ ਸੁਪਰੀਮ ਕੋਰਟ ਦਾ ਵੀ ਜ਼ਿਕਰ ਕੀਤਾ, ਬਟ ਜਿਹੜੇ ਇੰਸੀਡੈਂਟ ਵਾਪਰ ਜਾਂਦੇ ਨੇ ਉਸ ਤੋਂ ਬਾਅਦ ਫਿਰ ਜਿਹੜੀ ਇਸ ਡਿਮਾਂਡ ਨੂੰ ਫਿਰ ਹਿੰਸਕ ਤਰੀਕੇ ਦੇ ਨਾਲ ਲੈਣਾ ਸ਼ੁਰੂ ਕਰ ਦਿੱਤਾ। ਨਹੀਂ, ਉਹ ਇਸ ਇੰਸੀਡੈਂਟ ਨਾਲ ਤੇ ਡਿਮਾਂਡ ਦਾ ਕੋਈ ਲੈਣਾ ਦੇਣਾ ਨਹੀਂ। ਅੰਮ੍ਰਿਤਪਾਲ ਸਿੰਘ ਹੁਣਾਂ ਦੇ ਨਾਮ ਦੇ ਨਾਲ ਉਹ ਜਾਣਬੁੱਝ ਕੇ ਜੋੜ ਕੇ ਜਾਂ ਵੱਖਰੀ ਗੱਲ ਹੈ। ਹੁਣ ਦੇਖੋ, ਕਿਸਾਨੀ ਮੋਰਚੇ 'ਚ ਵਾਇਲੈਂਸ ਹੋਈ, ਹੁਣ ਕਿਸਾਨ ਲੀਡਰਾਂ ਦੇ ਉੱਤੇ ਵਾਇਲੈਂਸ ਪਾਈ ਜਾਂਦੀ ਹੈ? ਨਹੀਂ ਪਾਈ ਜਾਂਦੀ। ਸੋ ਇੱਦਾਂ ਨਹੀਂ ਹੁੰਦਾ। ਜਦੋਂ ਵੱਡੇ ਪ੍ਰੋਟੈਸਟ ਹੁੰਦੇ ਨੇ ਉਹਦੇ 'ਚ ਬਹੁਤ ਕੁਝ ਵਾਪਰਦਾ ਹੈ। ਤੇ ਇਹ ਚੀਜ਼ ਦੇ ਤੇ ਹੁਣ ਅਗਨੀਪਥ ਸਕੀਮ 'ਚ ਟ੍ਰੇਨਾਂ ਫੂਕ ਦਿੱਤੀਆਂ ਸਾਰੇ ਹਿੰਦੁਸਤਾਨ ਦੇ ਵਿੱਚ। ਹੁਣ ਤੁਸੀਂ ਮੈਨੂੰ ਦੱਸੋ ਵੀ ਇਹ ਅਗਨੀਪਥ ਸਕੀਮ ਜਿਹੜੀਆਂ ਟ੍ਰੇਨਾਂ ਜਾਂ ਆਪੋਜੀਸ਼ਨ ਨੂੰ ਕਿਸੇ ਨੇ ਕਿਹਾ ਵੀ ਹੁਣ ਵਾਇਲੈਂਟ ਹੀ ਆ, ਇਹ ਨਾਨ ਪੀਸਫੁਲ ਮੈਨਰ ਨਾਲ ਕੋਈ ਕੰਮ ਨਹੀਂ ਕਰ ਸਕਦੇ। ਭਾਈ ਸਾਹਿਬ, ਜਿਵੇਂ ਇਸ ਤੁਹਾਨੂੰ ਲੱਗਦਾ ਕਿ ਇਸ ਜਿਹੜਾ ਖਾਲਿਸਤਾਨ ਦਾ ਮੁੱਦਾ, ਇਸ ਦੀ ਜ਼ਰੂਰਤ ਹੈਗੀ ਹੈ, ਖਾਲਿਸਤਾਨ ਦੀ ਜ਼ਰੂਰਤ ਹੈਗੀ ਹੈ ਤੁਹਾਨੂੰ, ਜੋ ਕਿ ਸਭ ਕੁਝ ਅਮਨ ਸ਼ਾਂਤੀ ਨਾਲ ਜੇ ਚੱਲ ਰਿਹਾ? ਅਮਨ ਸ਼ਾਂਤੀ ਨਾਲ ਨਹੀਂ ਚੱਲ ਰਿਹਾ। ਇੱਕ ਹੁੰਦਾ ਸਾਇਲੈਂਟ ਜੈਨੋਸਾਈਡ, ਇੱਕ ਹੁੰਦਾ ਪ੍ਰਤੱਖ ਜੈਨੋਸਾਈਡ। ਜੇ ਸਾਡਾ ਗੋਲੀਆਂ ਨਾਲ ਸ਼ਿਕਾਰ ਨਹੀਂ ਖੇਡਿਆ ਜਾ ਰਿਹਾ, ਪਰ ਸਾਡਾ ਨਸ਼ੇ ਨਾਲ ਖੇਡਿਆ ਜਾ ਰਿਹਾ। ਸਾਡਾ ਇਨਵਾਇਰਨਮੈਂਟ ਲੈਣ ਯੋਗ ਨਹੀਂ ਰਿਹਾ। ਸਾਡੀ ਮਾਈਗ੍ਰੇਸ਼ਨ ਦਾ ਇਸ਼ੂ ਹੈ ਬਹੁਤ ਵੱਡੇ ਪੱਧਰ ਦਾ, ਜਿਹੜੀ ਮਾਸ ਮਾਈਗ੍ਰੇਸ਼ਨ ਹੋ ਰਹੀ ਹੈ। ਇਹ ਸਾਰੇ ਜਿਹੜੇ ਇਸ਼ੂਜ਼ ਨੇ, ਸਾਡੇ ਪਾਣੀਆਂ ਦਾ ਮਸਲਾ ਹੈ, ਇਹ ਸਾਰੇ ਇਸ਼ੂਜ਼ ਚੁੱਪ ਰਹਿ ਕੇ ਤੇ ਹੱਲ ਨਹੀਂ ਹੋ ਰਹੇ। ਜਾਂ ਤਾਂ ਚੁੱਪ ਰਹਿ ਕੇ ਪੰਜਾਬ ਵਧੀਆ ਹੋ ਰਿਹਾ ਵਾ ਤਾਂ ਆਪਾਂ ਚੁੱਪ ਰਹਿੰਦੇ, ਕੋਈ ਗੱਲ ਨਹੀਂ। ਜਦੋਂ ਪੰਜਾਬ ਦਿਨੋਂ ਦਿਨ ਗਰਕਦਾ ਜਾ ਰਿਹਾ ਹੈ, ਪੰਜਾਬ ਦੀ ਨੌਜਵਾਨੀ ਖਤਮ ਹੁੰਦੀ ਜਾ ਰਹੀ ਹੈ, ਰੋਜ਼ ਚਿੱਟੇ ਨਾਲ 20-25-50 ਨੌਜਵਾਨ ਖਤਮ ਹੋ ਰਹੇ ਨੇ ਸਾਡੇ, ਤੇ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਚੁੱਪ ਰਹਿਣ ਦੀ ਬਜਾਏ DSP ਸੇਖੋਂ ਨੇ ਜਿਹੜੇ ਐਕਸਪੋਜ਼ਰਸ ਕੀਤੇ ਨੇ, ਹਜ਼ਾਰਾਂ ਕਰੋੜ ਲੱਖਾਂ ਕਰੋੜ ਦੀ ਜਿਹੜੀ ਡਰੱਗ ਦੀ ਇੰਡਸਟਰੀ ਹੈ, ਲੱਖਾਂ ਨੌਜਵਾਨ ਜਿਹੜੇ ਦਾ ਸ਼ਿਕਾਰ ਹੋ ਚੁੱਕੇ ਨੇ, ਹੈ ਨਾ। ਸੋ ਅੱਜ ਵੀ ਮੇਰੇ ਕੋਲ ਸਿੰਘ ਆਏ ਸੀ, ਉਹ ਕਹਿੰਦੇ ਵੀ ਬੱਚੀਆਂ ਛੋਟੀਆਂ ਨਸ਼ੇ ਤੇ ਲੱਗ ਗਈਆਂ। ਇਹ ਦੁਖਾਂਤ ਜਿਹੜਾ ਵਾ, ਜੇ ਪੀਸਫੁਲ ਆਪਾਂ ਕਹੀਏ, ਇਹ ਨਹੀਂ ਵੀ ਜਦੋਂ ਗੋਲੀ ਦੀ ਆਵਾਜ਼ ਆਉਂਦੀ ਉਦੋਂ ਹੀ ਪੀਸ ਟੁੱਟਦੀ ਹੈ। ਜਦੋਂ ਸੁਸਾਇਟੀ ਦਾ ਕਿਸੇ ਦਾ ਵੀ ਸਾਇਲੈਂਟਲੀ ਜੈਨੋਸਾਈਡ ਹੋ ਰਿਹਾ ਹੁੰਦਾ, ਉਹਨੂੰ ਪੀਸਫੁਲ ਨਹੀਂ ਮੰਨਿਆ ਜਾਣਾ ਚਾਹੀਦਾ। ਇਹਦੇ ਤੇ ਬਹੁਤ ਵੱਡੇ ਆਪਾਂ ਨੂੰ ਰਿਐਕਸ਼ਨ ਵੀ ਦੇਣੇ ਚਾਹੀਦੇ, ਤੇ ਪੋਲੀਟੀਕਲ ਗੇਮ ਇਹਦੇ ਆਲੇ ਦੁਆਲੇ ਘੁੰਮਣੀ ਚਾਹੀਦੀ ਹੈ। ਸਗੋਂ ਆਪੋਜੀਸ਼ਨ ਨੂੰ ਇਹ ਸਵਾਲ ਚੱਕਣੇ ਚਾਹੀਦੇ ਆ। ਪਰ ਆਪੋਜੀਸ਼ਨ ਕੀ ਕੰਮ ਕਰਨ 'ਚ ਬਿਜੀ? ਆਪਣੇ ਫੇਲੀਅਰ ਨੂੰ ਲੁਕਾਉਣ ਲਈ ਆਪੋਜੀਸ਼ਨ ਜਿਹੜੀ ਹੈ ਉਹ ਮੇਰੇ ਤੇ ਇਲਜ਼ਾਮ ਲਾਵੇ ਜਾਂ ਕਿਸੇ ਤੇ ਵੀ ਲਾਵੇ, ਉਹ ਮਸਲਾ ਨਹੀਂ ਗਾ ਮੈਨੂੰ। ਪਰ ਮੈਂ ਇਹ ਸਵਾਲ ਕਰਦਾ ਵੀ ਜਿਹੜੇ ਪੰਜਾਬ ਦੇ ਅਸਲ ਮੁੱਦੇ ਹੈ, ਉਹਨਾਂ ਦੀ ਗੱਲ ਕਿਹਨਾਂ ਨੇ ਕਰਨੀ ਹੈ? ਮੈਨੂੰ ਇਹ ਕਹਿ ਸਕਦੇ ਆ ਵੀ ਤੁਸੀਂ ਵਾਰਸ ਨਹੀਂ ਬਣ ਸਕਦੇ, ਠੀਕ ਹੈ। ਜਿਨ੍ਹਾਂ ਨੂੰ ਵੋਟਾਂ ਪਾ ਕੇ ਵਾਰਸ ਬਣਾਇਆ ਲੋਕਾਂ ਨੂੰ, ਉਹ ਕੀ ਕਰ ਰਹੇ ਨੇ?
ਉਹਨਾਂ ਸਟੇਟ ਦਾ ਲਾਅ ਐਂਡ ਆਰਡਰ ਨਾਲ ਕੀ ਕੀਤਾ ਹੋਇਆ ਹੈ? ਇੱਥੇ ਨੌਜਵਾਨਾਂ ਦੇ ਕਤਲ ਹੋ ਜਾਂਦੇ ਨੇ, ਇੱਥੇ ਨੌਜਵਾਨਾਂ ਨੂੰ ਚੁੱਕ ਕੇ ਜੇਲ੍ਹ ਸੁੱਟਿਆ ਜਾਂਦਾ ਹੈ। ਫਿਰ ਗੌਰਮੈਂਟ ਇਹ ਮੰਨ ਵੀ ਜਾਂਦੀ ਹੈ ਵੀ FIR ਸਾਡੇ ਕੋਲ ਗਲਤ ਹੋ ਗਈ ਹੈ, ਉਹਦੇ ਬਾਵਜੂਦ ਪ੍ਰੋਪੇਗੈਂਡਾ ਇਹ ਚਲਾ ਜਾਂਦਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ। ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋਵੇ, ਬੇਅਦਬੀ ਦਾ ਕਿੰਨਾ ਕੁ ਇਨਸਾਫ ਆਪਾਂ ਨੂੰ ਮਿਲ ਗਿਆ? ਇਹ 24 ਘੰਟੇ ਦੀ ਗੱਲ ਕਰਕੇ ਮਹੀਨਿਆਂ ਬੱਧੀ ਲੰਘ ਗਏ ਨੇ। ਭਾਈ ਸਾਹਿਬ, ਨਸ਼ੇ ਦੀ ਤੁਸੀਂ ਇੱਕ ਬੜੀ ਵੱਡੀ ਗੱਲ ਕੀਤੀ ਕਿ ਨਸ਼ਿਆਂ ਨੂੰ, ਹਾਲਾਂਕਿ ਭਾਵੇਂ ਕਿ ਵਿੱਚ ਲੋਕ ਇਲਜ਼ਾਮ ਇਹ ਵੀ ਲਾਉਂਦੇ ਨੇ ਕਿ ਨਸ਼ੇ ਕਿਸੇ ਨੇ ਛੱਡੇ ਨਹੀਂ ਜਾਂ ਇੱਕ ਗਿਣਤੀ ਵਧਾਉਣ ਵਾਲੀ ਗੱਲ ਆ, ਬਟ ਜੇ ਤੁਸੀਂ ਨਸ਼ਿਆਂ ਨੂੰ ਹਟਾਉਣ ਵਾਸਤੇ ਇੱਕ ਯੂਥ ਨੂੰ ਸੁਨੇਹਾ ਦੇ ਰਹੇ, ਨਸ਼ਿਆਂ ਦੀ ਸਮੱਸਿਆ ਕਿਤੇ ਸਮਝਦੇ ਜੇ ਤੁਸੀਂ ਕਿ ਕਿਸ ਲੈਵਲ ਤੇ ਇਹਦੇ ਪਿੱਛੇ ਵੀ ਇੱਕ ਸਾਜ਼ਿਸ਼ ਲੱਗਦੀ ਹੈ ਜਾਂ ਇਹ ਕਿਤੇ ਸਮੱਸਿਆ, ਕਿਉਂਕਿ ਕ੍ਰਾਸ ਬਾਰਡਰ ਰੋਜ਼ ਹੀ ਡਰੋਨ ਪਾਕਿਸਤਾਨ ਤੋਂ ਵੀ ਆ ਰਹੇ ਨੇ? ਨਹੀਂ ਦੇਖੋ, ਜਿਹੜਾ ਸਿੰਥੈਟਿਕ ਡਰੱਗ ਹੈ ਨਾ, ਇਹ ਬਿਨਾਂ ਸਾਜ਼ਿਸ਼ ਤੋਂ ਨਹੀਂ ਹੁੰਦਾ। ਦੁਨੀਆ ਦੇ ਵਿੱਚ ਓਪੀਅਮ ਵਾਰਾਂ ਲੜੀਆਂ ਗਈਆਂ, ਕੌਮਾਂ ਨੂੰ ਜਦੋਂ ਜੈਨੋਸਾਈਡ ਤੋਂ ਬਾਅਦ 'ਚ ਨਸ਼ੇ ਦੇ ਜੈਨੋਸਾਈਡ ਤੇ ਲਾਇਆ ਜਾਂਦਾ ਤੇ ਉਹਦੇ ਪਿੱਛੇ ਬਹੁਤ ਵੱਡੇ ਕਾਰਨ ਹੁੰਦੇ ਨੇ, ਕਿਉਂਕਿ ਨਸ਼ੇ 'ਚ ਬੰਦਾ ਰਿਐਲਿਟੀ ਤੋਂ ਟੁੱਟ ਜਾਂਦਾ ਹੈ, ਸੱਚਾਈ ਤੋਂ ਭੱਜਣ ਲੱਗ ਪੈਂਦਾ, ਉਹਨੂੰ ਆਪਣੇ ਪਰਿਵਾਰ ਦੀ, ਸਮਾਜ ਦੀ, ਧਰਮ ਦੀ ਸੋਝੀ ਨਹੀਂ ਰਹਿੰਦੀ, ਉਹਦੀ ਪ੍ਰਾਇੋਰਟੀ ਨਸ਼ਾ ਬਣ ਜਾਂਦਾ ਹੈ। ਜਦੋਂ ਨੌਜਵਾਨੀ ਨਸ਼ੇ 'ਚ ਗਰਕ ਜਾਊਗੀ ਤੇ ਉਹਨਾਂ ਨੂੰ ਪਤਾ ਹੋਊਗਾ ਵੀ ਹੁਣ ਨੌਜਵਾਨੀ ਕਿਸੇ ਵੀ ਤਰੀਕੇ ਦੀ ਮੂਵਮੈਂਟ ਨਹੀਂ ਖੜੀ ਕਰ ਸਕਦੀ। ਇਸੇ ਕਰਕੇ ਸਰਕਾਰਾਂ ਚਾਹੁੰਦੀਆਂ ਵੀ ਨਸ਼ੇ 'ਚ ਕਰਕੇ ਰਹਿਣ, ਤੇ ਨਸ਼ੇ ਛੱਡਣ ਦੀ ਜਿਸ ਤੱਕ ਗੱਲ ਹੈ, ਜਿਹੜੇ ਹਜ਼ਾਰਾਂ ਲੋਕ ਅੰਮ੍ਰਿਤ ਛਕ ਰਹੇ ਨੇ, ਨਸ਼ੇ ਛੱਡ ਕੇ ਛਕ ਰਹੇ ਨੇ। ਮੈਂ ਕੋਈ ਨੰਬਰਾਂ ਦੀ ਖੇਡ 'ਚ ਨਹੀਂ ਜਾਣਾ ਚਾਹੁੰਦਾ, ਪਰ ਮੈਂ ਇਹ ਸਿਰਫ ਦੱਸਣਾ ਚਾਹੁੰਦਾ ਵੀ ਇਹ ਸੈਂਟਰ ਵਾਲਾ ਡਾਟਾ ਕੱਢ ਲੈਣਾ ਆਪਣਾ। ਜਿਹੜੇ ਸੈਂਟਰ ਨੇ ਇਹ ਵੈਸਟਰਨ ਆਈਡੀਓਲੋਜੀ ਤੋਂ ਪ੍ਰਭਾਵਿਤ ਹੋਏ ਸੈਂਟਰ ਨੇ, ਵੀ ਕਿਵੇਂ ਨਸ਼ਾ ਛਡਾਉਣਾ ਹੈ। ਡੀ ਐਡਿਕਸ਼ਨ ਸੈਂਟਰ ਸਾਰੇ ਹੀ ਸਾਰੇ ਵੈਸਟ ਦੀ ਆਈਡੀਓਲੋਜੀ 'ਤੇ ਚੱਲ ਰਹੇ ਨੇ, ਵੀ ਬੰਦੇ ਨੂੰ ਬਸ ਤੁਸੀਂ ਰਿਸਟ੍ਰਿਕਟ ਕਰ ਦਿਓ, ਉਹਨੂੰ ਦਵਾਈਆਂ ਦਿਓ, ਕੋਈ ਹੋਪ ਨਹੀਂ, ਕੋਈ ਸੁਸਾਇਟੀ ਦਾ ਬਦਲਾਅ ਨਹੀਂ। ਦੇਖੋ, ਨਸ਼ਾ ਜਿੰਨਾ ਚਿਰ ਆਪਾਂ ਸੋਸ਼ਲ ਆਪਣਾ ਸਟਰਕਚਰ ਨਹੀਂ ਬਦਲਦੇ, ਆਪਾਂ ਜਿੰਨਾ ਚਿਰ ਨਸ਼ੇ ਦੀ ਵਿਕਰੀ 'ਤੇ ਪਾਬੰਦੀ ਨਹੀਂ ਲਾਉਂਦੇ, ਇਹ 'ਤੇ ਕੰਟਰੋਲ ਕਰਨਾ ਬਹੁਤ ਔਖਾ ਹੈ। ਸਿੰਥੈਟਿਕ ਡਰੱਗ ਦੀ ਇਹ ਪ੍ਰੋਬਲਮ ਹੁੰਦੀ ਹੈ। ਜਿਨ੍ਹਾਂ ਨੇ ਇਹਨੂੰ ਖਤਮ ਕੀਤਾ, ਉਹਨਾਂ ਨੇ ਬੜੇ ਵੱਡੇ ਕਾਰਜ ਕੀਤੇ ਨੇ ਸਰਕਾਰਾਂ ਦੇ ਤੌਰ 'ਤੇ। ਹੁਣ ਸਰਕਾਰਾਂ ਦੇ ਤੌਰ 'ਤੇ ਨਸ਼ਾ ਵੇਖ ਰਿਹਾ ਹੈ, ਵੱਡੇ ਵੱਡੇ ਬੰਦੇ ਇਹਦੇ 'ਚ ਇਨਵੋਲਵ ਨੇ। ਉਹ ਬੰਦੇ ਬਸ਼ਰਤੇ ਵੀ ਨਸ਼ਾ ਕੰਟਰੋਲ ਕਰਨ ਦੀ ਗੱਲ ਕਰਨ, ਉਹ ਰਲ ਕੇ ਸਾਡੇ 'ਤੇ ਅਟੈਕ ਕਰਨ ਦੀ ਗੱਲ ਕਰਦੇ ਨੇ, ਵੀ ਭਾਈ ਉਹ ਹੋਰ ਗੱਲਾਂ ਕਰਦੇ ਜਿਹਨਾਂ ਦੇ ਪਰਚੇ ਹੋਏ ਨੇ ਬਾਈ ਨੇਮ ਡਰੱਗਸ ਦੇ। ਸੋ ਮੈਨੂੰ ਲੱਗਦਾ ਹੈ ਵੀ ਆਪਾਂ ਨੂੰ ਸੀਰੀਅਸ ਤੌਰ 'ਤੇ ਇਹਨੂੰ ਐਜ਼ ਅ ਜੈਨੋਸਾਈਡ ਰੈਕੋਗਨਾਈਜ਼ ਕਰਨਾ ਚਾਹੀਦਾ ਨਸ਼ੇ ਦਾ। ਤਾਂ ਇਸ ਦੇ ਵਿੱਚ ਜਿਹੜਾ ਲਗਾਤਾਰ ਫਿਰ ਜਿਹੜਾ ਤੁਸੀਂ ਜੈਨੋਸਾਈਡ ਦੀ ਗੱਲ ਕਰਦੇ, ਜਿੰਨੀ ਇਹਦੀ ਮਾਤਰਾ ਵੱਧਦੀ ਹੈ, ਜਿੰਨਾ ਨਸ਼ਾ ਵੱਧ ਰਿਹਾ, ਤਾਂ ਫਿਰ ਇੱਕ ਪ੍ਰੀ ਪਲਾਨਡ ਹੀ, ਜੇ ਜੈਨੋਸਾਈਡ ਜੀ ਕਹਿੰਦੇ, ਫਿਰ ਪ੍ਰੀ ਪਲਾਨਡ ਹੀ ਹੋ ਰਿਹਾ। ਜੈਨੋਸਾਈਡ ਦੀ ਵੱਖ-ਵੱਖ ਸਟੇਜਸ ਹੁੰਦੀਆਂ, ਜਿਵੇਂ ਫਿਜ਼ੀਕਲ ਜੈਨੋਸਾਈਡ ਹੁੰਦਾ, ਮੈਂਟਲ ਹੁੰਦਾ, ਫਿਰ ਕਲਚਰਲ ਹੁੰਦਾ ਜੈਨੋਸਾਈਡ। ਉਸੇ ਤਰੀਕੇ ਨਾਲ ਜਿਹੜੀ ਜੈਨੋਸਾਈਡ ਦੀਆਂ ਵੱਖ-ਵੱਖ ਸਟੇਜਸ ਹੈ, ਉਹਦੇ 'ਚ ਇੱਕ ਡਰੱਗ ਦਾ ਜਿਹੜਾ ਜੈਨੋਸਾਈਡ ਹੈ, ਇਹ ਬੜਾ ਕਾਮਨ ਫਿਨੋਮੀਨਾ ਦੁਨੀਆ ਦੇ ਉੱਤੇ। ਜਿਹੜੀਆਂ ਕੌਮਾਂ ਨੂੰ ਗੁਲਾਮ ਕਰਨਾ ਹੈ, ਚਾਹੇ ਉੱਥੇ ਰੈਡ ਇੰਡੀਅਨਸ ਨਾਲ ਹੋਇਆ, ਅਬਰੀਜਨਲਸ ਦੇ ਨਾਲ ਹੋਇਆ, ਜਾਂ ਦੁਨੀਆ ਦੀ ਵੱਖ-ਵੱਖ, ਪਲਸਤੀਨ ਦੇ ਵਿੱਚ ਵੀ ਡਰੱਗ ਯੂਜ਼ਸ ਬਹੁਤ ਹੈ। ਇੱਦਾਂ ਹੀ ਕਸ਼ਮੀਰ 'ਚ ਵੀ ਇਹ ਸਮੱਸਿਆ ਵੱਧਦੀ ਜਾ ਰਹੀ ਹੈ ਦਿਨੋਂ ਦਿਨ। ਸੋ ਜਿੱਥੇ ਜਿੱਥੇ ਵੀ ਕੌਮਾਂ ਨੂੰ ਗੁਲਾਮ ਕਰਨਾ ਹੁੰਦਾ, ਨਾਗਾਲੈਂਡ 'ਚ ਵੇਖੋ ਡਰੱਗ ਦਾ ਬਹੁਤ ਵੱਡਾ ਇਸ਼ੂ ਚੱਲ ਰਿਹਾ ਹੈ। ਇਸੇ ਤਰੀਕੇ ਨਾਲ ਜਿੱਥੇ ਜਿੱਥੇ ਲੋਕਾਂ ਨੂੰ ਗੁਲਾਮ ਕਰਨਾ ਹੁੰਦਾ ਹੈ, ਜਿੱਥੇ ਜਿੱਥੇ ਲੋਕਾਂ ਦੇ ਵਿੱਚ ਗੁਲਾਮੀ ਹੁੰਦੀ ਹੈ, ਭਾਵ ਹੁੰਦਾ ਗੁਲਾਮੀ ਦਾ, ਉਹ ਤੋਂ ਰਿਐਲਿਟੀ ਤੋਂ ਭੱਜਣ ਲਈ ਲੋਕ ਨਸ਼ੇ ਦਾ ਸਹਾਰਾ ਲੈਂਦੇ। ਪਰ ਨਸ਼ੇ ਦੀ ਅਵੇਲੇਬਿਲਿਟੀ ਜਿਹੜੀ ਹੈ, ਉਹ ਹਮੇਸ਼ਾ ਸਰਕਾਰਾਂ ਦੀ ਮਰਜ਼ੀ ਨਾਲ ਹੀ ਹੁੰਦੀ ਹੈ। ਭਾਈ ਸਾਹਿਬ, ਇੱਕ ਪਾਸਪੋਰਟ ਨੂੰ ਲੈ ਕੇ ਤੁਸੀਂ ਪ੍ਰਤੀਕਿਰਿਆ ਦਿੱਤੀ, ਇੰਡੀਅਨ ਪਾਸਪੋਰਟ ਨੂੰ ਲੈ ਕੇ ਕੀ ਤੁਹਾਨੂੰ ਇਤਰਾਜ਼ ਹੈ? ਤੁਸੀਂ ਉਹਨੂੰ ਇੱਕ ਟਰੈਵਲ ਡਾਕੂਮੈਂਟ ਦੱਸ ਰਹੇ। ਨਹੀਂ ਦੇਖੋ, ਬ੍ਰਿਟਿਸ਼ ਇੰਡੀਆ ਦਾ ਪਾਸਪੋਰਟ ਮਹਾਤਮਾ ਗਾਂਧੀ ਜੀ ਕੋਈ। ਹੁਣ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਮਹਾਤਮਾ ਗਾਂਧੀ ਨੂੰ ਬ੍ਰਿਟਿਸ਼ ਸਿਟੀਜ਼ਨ ਮੰਨਦੇ ਕਿ ਇੰਡੀਅਨ ਮੰਨਦੇ ਜੀ? ਦੇਖੋ, ਇੱਕ ਮੌਜੂਦਾ ਐਸਟੈਬਲਿਸ਼ਮੈਂਟ ਦੇ ਵਿੱਚ ਤੁਹਾਡੇ ਕੋਲ ਇੱਕ ਲਾਅ ਦੀ ਬਾਈਨਰੀ ਹੈ, ਉਹਦੇ 'ਚ ਤੁਹਾਨੂੰ ਟਰੈਵਲ ਕਰਨ ਲਈ ਡਾਕੂਮੈਂਟ ਚਾਹੀਦੇ ਹੈ ਨਾ। ਹੁਣ ਜੇ ਤੇ ਅਸੀਂ ਇਹਨੂੰ ਬਾਈ ਵਿਲ ਲਿਆ ਹੋਵੇ ਫਿਰ ਤਾਂ ਠੀਕ ਹੈ, ਸਾਡੇ 'ਤੇ ਇੰਪੋਜੀਸ਼ਨ ਹੋਵੇ ਤਾਂ ਅਸੀਂ ਕਹਿ ਹੀ ਸਕਦੇ ਹਾਂ ਵੀ ਟਰੈਵਲ ਡਾਕੂਮੈਂਟ ਹੈ। ਲਾਜ਼ਮ ਜੀ ਗੱਲ ਟਰੈਵਲ ਡਾਕੂਮੈਂਟ ਹੈ, ਇਹ ਟਰੈਵਲ ਲਈ ਹੀ ਵਰਤਿਆ ਜਾਂਦਾ ਪਾਸਪੋਰਟ। ਆਇਡੈਂਟੀਟੀ ਦੀ ਗੱਲ ਨਹੀਂ ਹੁੰਦੀ, ਪਾਸਪੋਰਟ ਆ ਜਾ ਕੇ ਟਰੈਵਲ ਦਾ ਡਾਕੂਮੈਂਟ ਹੀ ਹੁੰਦਾ। ਕੀ ਹੋਣਾ ਚਾਹੀਦਾ? ਤੁਸੀਂ ਫਿਰ ਕੀ ਚਾਹੁੰਦੇ, ਕੀ ਹੋਵੇ? ਮੈਂ ਤੇ ਦੇਖੋ, ਜਦੋਂ ਮੈਨੂੰ ਕੋਈ ਪੁੱਛੂਗਾ ਤੁਸੀਂ ਕੀ ਜੋ, ਮੈਂ ਕਹੂੰਗਾ ਮੈਂ ਪੰਜਾਬੀ ਹਾਂ ਜੀ, ਪੰਜਾਬੀ ਬਾਈ ਐਥਨੀਸਿਟੀ ਹਾਂ, ਸਿੱਖ ਮੈਂ ਬਾਈ ਰਿਲੀਜਨ ਹਾਂ। ਮੈਨੂੰ ਹੋਰ ਕਿਸੇ ਆਇਡੈਂਟੀਟੀ ਦੀ ਲੋੜ ਨਹੀਂ, ਮੈਨੂੰ ਕਿਸੇ ਯੂਨੀਫਾਈਡ ਅੰਬਰੇਲਾ ਆਇਡੈਂਟੀਟੀ ਦੀ ਲੋੜ ਨਹੀਂ ਜਿਹਦੇ ਅੰਦਰ ਮੇਰੀ ਆਇਡੈਂਟੀਟੀ ਖਤਮ ਹੁੰਦੀ ਹੋਵੇ। ਇਸ ਤੋਂ ਅੱਗੇ ਕੋਈ ਸਵਾਲ ਕਰਦਾ ਕਿ ਪੰਜਾਬ ਕਿੱਥੇ ਆ, ਤਾਂ ਫਿਰ ਆਪਾਂ ਇਹ ਕਹੋਗੇ ਨਾ ਦੇਖੋ ਦੋਨੇ ਸਾਈਡ ਤੇ ਪੰਜਾਬ ਤੇ ਪਾਕਿਸਤਾਨ 'ਚ ਵੀ ਹੈਗਾ, ਪਰ ਪੰਜਾਬੀ ਜ਼ਿਆਦਾ ਇੱਧਰ ਨੇ। ਨਹੀਂ, ਉਧਰ ਨੇ ਵੀ ਜ਼ਿਆਦਾ ਪੰਜਾਬੀ ਨੇ, ਉਧਰ ਸਿੱਖ ਪੰਜਾਬੀ ਇੱਧਰ ਨੇ, ਮੁਸਲਮਾਨ ਪੰਜਾਬੀ ਉਧਰ ਨੇ। ਮੈਂ ਜਦੋਂ ਪੰਜਾਬ ਦੀ ਗੱਲ ਕਰਦਾ, ਪੰਜਾਬ ਦੀ ਯੂਨੀਫਾਈਡ ਆਇਡੈਂਟੀਟੀ ਹੈਗੀ ਹੈ, ਔਰ ਪੰਜਾਬੀ ਕਮਾਉਣ ਲਈ ਮੈਨੂੰ ਕਿਸੇ ਬਾਰਡਰ ਦੀ ਲੋੜ ਨਹੀਂ, ਕਿਸੇ ਬਾਰਡਰ ਡੈਫੀਨੇਸ਼ਨ ਦੀ ਲੋੜ ਨਹੀਂ। ਇਸੇ ਕਰਕੇ ਮੈਂ ਕਹਿੰਦਾ ਜਿਹੜੀ ਪੰਜਾਬੀ ਆਇਡੈਂਟੀਟੀ ਹੈ, ਸਿੱਖ ਆਇਡੈਂਟੀਟੀ ਹੈ, ਉਹ ਕਿਸੇ ਹੱਦਬੰਦੀ 'ਚ ਨਹੀਂ ਹੈ। ਸਿੱਖ ਕਿਤੇ ਵੀ ਸਿੱਖ, ਅਮਰੀਕਾ ਵੀ ਚੱਲ ਜੇ ਸਿੱਖ ਹੈ। ਹੁਣ ਜਿਹੜੀ ਇੰਡੀਅਨ ਆਇਡੈਂਟੀਟੀ ਹੈ, ਉਹ ਤੇ ਜੇ ਕੋਈ ਕੈਨੇਡਾ ਦਾ ਪਾਸਪੋਰਟ ਲੈ ਲੂ ਤਾਂ ਇੰਡੀਅਨ ਆਇਡੈਂਟੀਟੀ ਖਤਮ ਹੋ ਜਾਂਦੀ ਹੈ। ਇੰਡੀਅਨ ਕੋਈ ਕਲਚਰ ਡੈਫੀਨੇਸ਼ਨ ਨਹੀਂ ਹੈਗੀ, ਇੱਥੇ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ। ਸਾਊਥ ਇੰਡੀਆ ਦਾ ਕਲਚਰ ਵੱਖਰਾ ਹੈ, ਨਾਰਥ ਦਾ ਵੱਖਰਾ ਹੈ। ਸੋ ਇਸੇ ਤਰੀਕੇ ਨਾਲ ਜਿਹੜੀ ਯੂਨੀਫਾਈਡ ਆਇਡੈਂਟੀਟੀ ਹੈ, ਇਹਦੇ ਖਤਰੇ ਕੀ ਹੁੰਦੇ ਆ ਵੀ ਜਿਹੜੀ ਮੈਜੋਰਿਟੀ ਹੈ ਉਹਨੂੰ ਤਾਂ ਇਹਦਾ ਬੈਨੀਫਿਟ ਮਿਲ ਜਾਂਦਾ ਹੈ, ਕਿਉਂਕਿ ਜਿਹੜੀ ਯੂਨੀਫਾਈਡ ਆਇਡੈਂਟੀਟੀ ਦੇ ਵਿੱਚ ਮੈਜੋਰਿਟੀ ਡਿਫਾਈਨ ਕਰ ਦਿੰਦੀ ਹੈ ਵੀ ਕਲਚਰ ਕੀ ਹੋਣਾ ਚਾਹੀਦਾ ਹੈ। ਜਿਵੇਂ ਯੋਗਾ ਹੈ, ਯੋਗਾ ਸਾਡਾ ਟ੍ਰੈਡੀਸ਼ਨ ਨਹੀਂ ਹੈਗਾ ਯੋਗ ਹੈ, ਪਰ ਜਦੋਂ ਬਾਹਰਲਾ ਕੋਈ ਬੰਦਾ ਦੇਖਦਾ ਉਹਨੂੰ ਲੱਗਦਾ ਸਾਰੇ ਇੰਡੀਆ 'ਚ ਯੋਗ ਜਿਹੜਾ ਵਾ ਉਹ ਮੰਨਿਆ ਹੀ ਜਾਂਦਾ ਹੈ। ਇਸੇ ਤਰੀਕੇ ਨਾਲ ਗਾਂ ਦੀ ਪੂਜਾ ਹੈ, ਉਹ ਸਾਰੇ ਇੰਡੀਆ 'ਚ ਤਾਂ ਨਹੀਂ ਕੀਤੀ ਜਾਂਦੀ, ਅਸੀਂ ਤਾਂ ਗਾਂ ਨੂੰ ਨਹੀਂ ਪੂਜਦੇ, ਪਰ ਜਦੋਂ ਬਾਹਰਲਾ ਕੋਈ ਮਨੁੱਖ ਦੇਖਦਾ ਉਹਨੂੰ ਲੱਗਦਾ ਵੀ ਗਾਂ ਦੀ ਪੂਜਾ ਸਾਰੇ ਇੰਡੀਅਨ ਲੋਕ ਕਰਦੇ। ਯੂਨੀਫਾਈਡ ਆਇਡੈਂਟੀਟੀ ਦੀ ਸੇਵਾ ਸਾਰੇ ਕਰਦੇ ਨੇ। ਯੂਨੀਫਾਈਡ ਆਇਡੈਂਟੀਟੀ ਦੀ ਪ੍ਰੋਬਲਮ ਇਹ ਹੁੰਦੀ ਹੈ,
ਯੂਨੀਫਾਈਡ ਆਇਡੈਂਟੀਟੀ ਦੀ ਇਹ ਮੁਸ਼ਕਲ ਹੁੰਦੀ ਹੈ ਵੀ ਇਹਦੇ 'ਚ ਮੈਜੋਰਿਟੀ ਨੂੰ ਰਿਪਰੈਜ਼ੈਂਟ ਕਰ ਰਹੀ ਹੁੰਦੀ ਹੈ ਤੇ ਮਿਨੋਰਿਟੀ ਦੀਆਂ ਸਾਰੀ ਚੀਜ਼ਾਂ 'ਚ ਦੱਬੀਆਂ ਜਾਂਦੀਆਂ। ਸੋ ਮੈਨੂੰ ਐ ਲੱਗਦਾ ਹੈ ਵੀ ਆਪਾਂ ਨੂੰ ਪੰਜਾਬ ਦੇ ਵਿੱਚ ਕਿਤੇ ਜਾਂ ਇੰਡੀਆ ਕਿਤੇ ਲੱਗਦਾ ਮਾਈਨੋਰਟੀਜ਼ ਦੀਆਂ ਜਿਹੜੀਆਂ ਦੱਬੀਆਂ ਜਾਂਦੀਆਂ ਨੇ ਡਿਮਾਂਡਸ। ਹੋਰ ਦੇਖੋ ਲੈਂਗੁਏਜ ਦੀ ਇੰਪੋਜੀਸ਼ਨ ਸਭ ਤੋਂ ਵੱਡਾ ਇਹਦਾ ਨਿਸ਼ਾਨੀ ਹੁੰਦੀ ਹੈ। ਲੈਂਗੁਏਜ ਦੀ ਇੰਪੋਜੀਸ਼ਨ ਹੋਣੀ ਗੁਰਦੁਆਰਿਆਂ ਨੂੰ ਇਹ ਕਹਿਣਾ ਜਦੋਂ ਹੁਣ ਹਥਿਆਰ ਲੈ ਕੇ ਗੁਰਦੁਆਰੇ ਜਾਣ ਦੀ ਗੱਲ ਹੈ, ਗੁਰਦੁਆਰੇ ਦਾ ਸਾਰਾ ਸਟਰਕਚਰ ਹੀ ਇਸ ਗੱਲ ਤੇ ਬੇਸਡ ਹੈ ਵੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਕੀ ਹੈ। ਗੁਰੂ ਸਾਹਿਬ ਨੇ ਉੱਥੇ ਸ਼ਸਤਰ ਰੱਖੇ ਹੋਏ ਨੇ। ਉੱਥੇ ਆਮ ਕੋਈ ਸਧਾਰਨ ਲੈ ਕੋਈ ਜਾਵੇ ਤੇ ਮਨਾ ਕਰ ਦਿੱਤਾ ਜਾਂਦਾ ਹੈ। ਤੁਸੀਂ ਉਸ ਦਿਨ ਗਏ ਸਧਾਰਨ ਲੈ ਕੇ ਕੋਈ ਮਨਾ ਜਾਂ ਕੋਈ ਵੀ ਜਾਵੇ, ਉਹ ਵੀ ਪੋਲੀਟੀਕਲ ਪ੍ਰੈਸ਼ਰ 'ਚ ਹੀ ਆ ਕੇ ਕਰਦੇ ਨੇ ਨਾ। ਵੈਸੇ ਤੇ ਗੁਰਦੁਆਰੇ ਦਾ ਸਿਧਾਂਤ ਨਹੀਂ ਹੈਗਾ ਮਨਾ ਕਰਨ ਦਾ। ਗੁਰੂ ਸਾਹਿਬ ਅਕਾਲ ਤਖਤ ਸਾਹਿਬ ਦੀ ਬਿਲਕੁਲ ਬੁਨਿਆਦ ਹੀ ਇਸ ਗੱਲ ਤੇ ਖੜੀ ਹੈ। ਸੋ ਆਪਾਂ ਇਹ ਨਾ ਵੇਖੀਏ ਵੀ ਮੌਕੇ ਦੇ ਉੱਤੇ ਪ੍ਰਬੰਧ ਉੱਥੇ ਕੀ ਕੀਤਾ ਜਾ ਰਿਹਾ, ਆਪਾਂ ਇਹ ਵੇਖੀਏ ਗੁਰੂ ਦਾ ਸਿਧਾਂਤ ਕੀ ਕਹਿੰਦਾ। ਉਤਪਾਲ ਜੀ ਤੁਹਾਡੇ ਤੇ ਇਹ ਵੀ ਕਿਹਾ ਗਿਆ ਕਿ ਤੁਸੀਂ ਜਿਹੜਾ ਗੁਰਮਰਿਆਦਾ ਨੂੰ ਵੀ ਜਦੋਂ ਨਤਮਸਤਕ ਹੋਣਗੇ ਦਰਬਾਰ ਸਾਹਿਬ ਤਾਂ ਉਹਦੀ ਪਾਲਣਾ ਨਹੀਂ ਕੀਤੀ। ਜਿਹੜੇ ਤੁਹਾਡੇ ਤੇ ਸਵਾਲ ਉਠਾ ਰਹੇ ਨੇ ਉਹ ਇੱਕ ਅੰਮ੍ਰਿਤਪਾਲ ਜੀ ਇਹ ਵੀ ਕਹਿ ਰਹੇ ਸੀ ਕਿ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਉਮਰ ਛੋਟੀ ਹੈ, ਅਜੇ ਇਹਨਾਂ ਨੇ ਉਹ ਦੌਰ ਨਹੀਂ ਦੇਖਿਆ ਕਿ ਜਿਸ ਦੌਰ ਦੇ ਕੀ ਮਰਿਆਦਾ ਦੀ ਗੱਲ ਤੇ ਪਹਿਲਾਂ ਆਈ। ਮਰਿਆਦਾ ਕੀ ਹੁੰਦੀ? ਮਰਿਆਦਾ ਦੀ ਕਿ ਤੁਸੀਂ ਜਿਹੜੇ ਤੁਹਾਡੇ ਨਾਲ ਸਾਥੀ ਗਏ ਦਰਬਾਰ ਸਾਹਿਬ ਰਸ਼ ਸੀਗਾ, ਵੈਪਨਸ ਨਾਲ ਸੀ ਤੁਹਾਡੇ? ਨਹੀਂ, ਉਹ ਤਾਂ ਦੇਖੋ ਅਸੀਂ ਜਦੋਂ ਵੀ ਗਏ ਆ ਪਹਿਲਾਂ ਵੀ ਇਹਦੇ ਨਾਲ ਗੁਰੂ ਦੀ ਮਰਿਆਦਾ ਦੀ ਕੋਈ ਮਰਿਆਦਾ 'ਚ ਨਹੀਂ ਲਿਖਿਆ ਵੀ ਉੱਥੇ ਹਥਿਆਰ ਨਹੀਂ ਜਾ ਸਕਦੇ, ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾ ਸਕਦੇ। ਉਹ ਵੀ ਫੈਸਲਾ ਹੋਇਆ, ਮਤਾ ਪਿਆ ਸੀ, ਉਸ ਮਤੇ ਦੀ ਅਸੀਂ ਰਿਸਪੈਕਟ ਕੀਤੀ ਹੈ। ਉਹ ਜਿਹੜਾ ਦਰਬਾਰ ਦੇ ਅੰਦਰ ਹੈ, ਪਰਿਕਰਮਾ ਦੇ ਵਿੱਚ ਕਿਸੇ ਕੋਈ ਮਨਾਹੀ ਨਹੀਂ ਹੈਗੀ। ਦਰਬਾਰ ਦੇ ਅੰਦਰ ਅਸੀਂ ਨਹੀਂ ਲੈ ਕੇ ਗਏ। ਸਾਡੇ ਜਿਹੜੇ ਗੰਨਾਂ ਵਾਲੇ ਸਿੰਘ ਸੀ ਉਹ ਬਾਹਰ ਖੜ੍ਹ ਗਏ। ਔਰ ਜਿਹੜੀ ਇਹ ਗੱਲ ਕਹਿਣੀ ਮਰਿਆਦਾ, ਮੈਨੂੰ ਨਹੀਂ ਸਮਝ ਨਹੀਂ ਆਉਂਦੀ ਕਿਹੜੀ ਮਰਿਆਦਾ ਇਹਨਾਂ ਨੇ ਨਵੀਂ ਬਣਾ ਲਈ ਹੈ। ਜਿਹੜੀ ਮਰਿਆਦਾ ਉਹ ਤਾਂ ਅਸੀਂ ਪਾਲਣਾ ਕਰਦੇ ਹੀ ਹਾਂ ਉਹਦੀ। ਸੈਕੰਡਲੀ ਮੈਂ ਫਿਰ ਉਹ ਸਵਾਲ ਕਰਦਾ, ਜਦੋਂ ਤੁਹਾਡੇ ਤੇ ਉੱਤੇ ਜਿਹੜੇ ਵਿਰੋਧੀ ਨੇ ਸਵਾਲ ਜਿਹੜੇ ਅੰਮ੍ਰਿਤਪਾਲ ਜੀ ਇਹ ਕਹਿੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਉਮਰ ਛੋਟੀ ਹੈ, ਇੱਕ ਮਾਫ ਕਰਨਾ ਕਹਿ ਵੀ ਦੁਬਈ ਵਾਲਾ ਬਾਹਰੋਂ ਆਏ ਨੇ ਔਰ ਇਹਨਾਂ ਨੂੰ ਪਤਾ ਨਹੀਂ ਕਿ ਉਹ ਦੌਰ ਕੀ ਸੀ, ਕੌਨਸੀਕੁਐਂਸਿਸ ਨਹੀਂ, ਅੱਗ ਨਾਲ ਖੇਡ ਰਹੇ ਨੇ ਅੰਮ੍ਰਿਤਪਾਲ ਹੋਣੀ। ਮੈਂ ਇੱਕ ਗੱਲ ਦੱਸਾਂ, ਦੌਰ ਜਾਂ ਕੌਨਸੀਕੁਐਂਸਿਸ ਅਸੀਂ ਮੁਗਲਾਂ ਦੌਰ ਵੇਖਿਆ, ਅਸੀਂ ਉਹਦੀ ਗੱਲ ਕਰਦੇ ਹਾਂ। ਦੌਰ ਤੇ ਕਿਸੇ ਨੇ ਨਹੀਂ ਵੇਖਿਆ, ਅੰਗਰੇਜ਼ਾਂ ਦਾ ਦੌਰ ਨਹੀਂ ਵੇਖਿਆ ਅਸੀਂ, ਬਹੁਤੇ ਅੰਗਰੇਜ਼ਾਂ ਤੋਂ ਬਾਅਦ ਜੰਮਣ ਵਾਲੇ ਹੀ ਹੈ। ਸੋ ਇਹਦਾ ਮਤਲਬ ਇਹ ਆ ਵੀ ਹਿਸਟਰੀ 'ਚ ਜੋ ਕੁਝ ਵਾਪਰਿਆ ਹੈ ਉਹਦਾ ਸਾਨੂੰ ਤੁਸੀਂ ਡਰਾਵਾ ਦਿਓਗੇ ਤੇ ਤੁਸੀਂ ਇਹ ਕਹਿ ਰਹੇ ਜੋ ਵੀ ਸਟੇਟ ਫਿਰ ਸਾਨੂੰ ਮਾਰੂਗੀ, ਸਟੇਟ ਫਿਰ ਸਾਡੇ ਝੂਠੇ ਮੁਕਾਬਲੇ ਬਣਾਊਗੀ। ਅੱਗ ਨਾਲ ਅਸੀਂ ਤਾਂ ਖੇਡੀਏ ਜੇ ਅਸੀਂ ਕੋਈ ਗੱਲ ਕਰੀਏ। ਅਸੀਂ ਤਾਂ ਆਪਣੇ ਹੱਕ ਮੰਗਦੇ ਹਾਂ। ਜੇ ਹੱਕ ਮੰਗਣਾ ਅੱਗ ਨਾਲ ਖੇਡਣਾ ਤਾਂ ਫਿਰ ਖੇਡ ਲੈਣ ਦਿਓ ਸਾਨੂੰ। ਦੌਰ ਹਰ ਇੱਕ ਪੀੜ੍ਹੀ ਆਪਣਾ ਦੌਰ ਲੈ ਕੇ ਚੱਲਦੀ ਹੈ। ਹੁਣ ਮੈਂ ਇਹਨਾਂ ਨੂੰ ਕਹਾਂ ਪੁਰਾਣੇ ਬੰਦੇ ਨੂੰ ਤੁਸੀਂ ਨਸ਼ੇ ਦਾ ਦੌਰ ਨਹੀਂ ਵੇਖਿਆ ਜਿਹੜਾ ਅਸੀਂ ਵੇਖ ਰਹੇ ਹਾਂ। ਤੁਸੀਂ ਨੌਜਵਾਨ ਗੋਲੀਆਂ ਨਾਲ ਮਰਦੇ ਵੇਖੇ, ਤੁਸੀਂ ਚਿੱਟੇ ਨਾਲ ਮਰਦੇ ਨਹੀਂ ਵੇਖੇ। ਦੌਰ 'ਚ ਜਿਹੜੇ ਬੰਦੇ ਕਹਿੰਦੇ ਸੀ ਉਹ ਬੜਾ ਕਾਲਾ ਦੌਰ ਸੀ, ਅੱਜ ਦਾ ਦੌਰ ਕਿੰਨਾ ਕੁ ਚਿੱਟਾ। ਉਦੋਂ ਨੌਜਵਾਨ ਗੋਲੀ ਨਾਲ ਮਾਰੇ ਜਾਂਦੇ ਸੀ, ਅੱਜ ਨੌਜਵਾਨ ਉਹ ਤੋਂ ਵੱਧ ਕਈ ਗੁਣਾ ਜ਼ਿਆਦਾ ਨੌਜਵਾਨ ਚਿੱਟੇ ਨਾਲ ਮਾਰੇ ਜਾ ਰਹੇ ਹੈ। ਉਹ ਨੌਜਵਾਨ ਫਿਰ ਵੀ ਕੋਈ ਗੈਰਤ ਦੀ ਮੌਤ ਮਰਦੇ ਸੀ ਜਿਹੜੇ ਉਦੋਂ ਮਰਦੇ ਸੀ। ਅੱਜ ਵਾਲੀ ਮੌਤ ਕੀ ਹੈ? ਘਰ ਦੇ ਵੀ ਪਰੇਸ਼ਾਨ, ਸਾਰਾ ਕੁਝ ਪਰੇਸ਼ਾਨੀ 'ਚ ਲੰਘਦਾ। ਸੋ ਮੈਨੂੰ ਐਂ ਲੱਗਦਾ ਵੀ ਜਦੋਂ ਬੰਦੇ ਸਿਰਫ ਇੱਕੋ ਤਰੀਕੇ ਨੂੰ ਮੰਨਦੇ ਹੋਣ ਨੁਕਸਾਨ ਵੀ ਗੋਲੀ ਨਾਲ ਬੰਦਾ ਮਾਰਨਾ ਨੁਕਸਾਨ ਹੈ, ਬਾਕੀ ਕੋਈ ਨੁਕਸਾਨ ਨਹੀਂ, ਉਦੋਂ ਉਹਨਾਂ ਬੰਦਿਆਂ ਨਾਲ ਬੈਠਣ ਦਾ ਕੋਈ ਫਾਇਦਾ ਨਹੀਂ ਹੁੰਦਾ। ਉਹਨਾਂ ਬੰਦਿਆਂ ਦਾ ਕੰਮ ਹੈ ਵਿਰੋਧ ਕਰਨਾ। ਦੌਰ ਹਰ ਪੀੜ੍ਹੀ ਆਪਣਾ ਇੱਕ ਵਕਤ ਲੈ ਕੇ ਜੰਮਦੀ ਹੈ, ਉਹਨੇ ਆਪਣਾ ਸੰਘਰਸ਼ ਕਰਨਾ ਹੁੰਦਾ। ਹੁਣ ਅਸੀਂ ਆਪਣੇ ਬੱਚਿਆਂ ਨੂੰ ਕਹੀ ਜਾਈਏ ਕਰਨ ਤੁਸੀਂ ਉਹ ਦੌਰ ਨੇ ਵੇਖਣਾ ਹੀ ਵੇਖਿਆ, ਇਹ ਤਾਂ ਰਿਐਲਿਟੀ ਅਸੀਂ ਨਹੀਂ ਵੇਖਿਆ। ਸਾਡੇ ਪੁਰਖਿਆਂ ਨੇ ਵੇਖਿਆ ਹੀ ਹੈ ਨਾ, ਸਾਡੇ ਪੁਰਖਿਆਂ ਨੇ ਵੇਖਿਆ ਵਾ ਇਹਨਾਂ ਇਲਾਕਿਆਂ ਦੇ ਵਿੱਚ ਉਹ ਦੌਰ ਵਾਪਰਿਆ ਵਾ। ਤੇ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਖਾੜਕੂ ਨੂੰ ਸਾਰੇ ਸਤਿਕਾਰ ਦਿੰਦੇ ਆ, ਜਿਹੜੇ ਉਹਨਾਂ ਲੋਕਾਂ ਜ਼ਾਲਮ ਲੋਕ ਸੀ ਉਹਨਾਂ ਨੂੰ ਸਾਰੇ ਮਾੜਾ ਬੋਲਦੇ ਆ। ਸੋ ਇਹ ਸਰਕਾਰ ਨੂੰ ਉਦੋਂ ਸਾਰੇ ਹੀ ਨਿੰਦਦੇ ਆ। ਸੋ ਇਹ ਦੌਰ ਫਿਰ ਕਿਹੜਾ ਬਜਾਂ ਤੇ ਬੰਦਾ ਕਹੇ ਵੀ ਉਹ ਦੌਰ ਦੇ ਵਿੱਚ ਸਿੱਖਾਂ ਨੇ ਕੋਈ ਗਲਤੀ ਕੀਤੀ ਹੈ, ਫਿਰ ਤਾਂ ਸਿੱਖਾਂ 'ਤੇ ਅੱਜ ਇਲਜ਼ਾਮ ਲਾਇਆ ਜਾ ਸਕਦਾ। ਜੇ ਗਲਤੀ ਉਦੋਂ ਵੀ ਹਕੂਮਤ ਨੇ ਕੀਤੀ, ਅੱਜ ਵੀ ਹਕੂਮਤ ਕਰ ਰਹੀ ਹੈ। ਜੇ ਸਰਕਾਰ ਚਾਹੁੰਦੀ ਵੀ ਉਹ ਦੌਰ ਨਾ ਮੁੜ ਕੇ ਆਵੇ, ਕੋਈ ਵੀ ਨਹੀਂ ਚਾਹੁੰਦਾ ਮੁੜ ਕੇ ਆਵੇ, ਤੇ ਸਰਕਾਰ ਨੂੰ ਚਾਹੀਦਾ ਸਿੱਖਾਂ ਦੇ ਹੱਕ ਦੇ ਦੇਣ। ਜੇ ਹੱਕ ਦੇ ਦੇਣਗੇ, ਜਿਹੋ ਜਿਹੀਆਂ ਝੂਠੀਆਂ ਐਫਆਈਆਰ ਨਾ ਕਰਨਗੇ, ਕਿਹਦਾ ਦਿਮਾਗ ਹਿੱਲਿਆ ਵੀ ਉਹ ਜਾ ਕੇ ਕੋਈ ਕੰਮ ਕਰੂ। ਹਜੇ ਭਾਈ ਸਾਹਿਬ ਜਿਹੜੇ ਆਖਰੀ ਸਵਾਲ ਨੇ ਮੇਰੇ, ਸਮਾਂ ਤੁਸੀਂ ਦੇ ਦਿੱਤਾ ਵੱਧ। ਭਾਈ ਸਾਹਿਬ ਜਿਹੜੇ ਹੁਣ ਕੋਈ ਐਫਆਈਆਰ ਜਿਵੇਂ ਦਰਜ ਹੁੰਦੀ, ਤੁਹਾਡੇ ਕੋਲ ਕੋਈ ਤੁਹਾਡਾ ਸਿੰਘ ਹੁੰਦਾ ਜਾਂ ਕੋਈ ਫਰਿਆਦ ਹੁੰਦੀ ਹੈ ਤਾਂ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਇਹੋ ਹੀ ਸਟੈਪ ਹੋਏਗਾ, ਇਸੇ ਤਰ੍ਹਾਂ ਹੀ ਜਾਣਗੇ ਉਸ 'ਤੇ? ਦੇਖੋ ਉਦੋਂ ਵੀ ਕੋਈ ਇੱਦਾਂ ਦਾ ਸਟੈਪ ਨਹੀਂ ਵੀ ਉੱਥੇ ਵਾਇਲੈਂਸ ਕਰਨੀ ਹੈ ਜਾ ਕੇ, ਨਾ ਕਿਸੇ ਨੇ ਸਪੈਸੀਫਿਕਲੀ ਕੀਤੀ ਹੈ। ਪੁਲਿਸ ਨੇ ਲਾਠੀਚਾਰਜ ਸ਼ੁਰੂ ਕੀਤਾ ਔਰ ਇਹ ਕਹਿਣਾ ਵੀ ਉੱਥੇ ਇਹੋ ਹੀ ਕਰਾਂਗੇ, ਇਹ ਮੌਕੇ ਦੇ ਮੌਕੇ ਵੇਖਣਾ ਹੁੰਦਾ ਵੀ ਅਸੀਂ ਹਮਾਇਤ ਜ਼ਰੂਰ ਕਰਾਂਗੇ। ਨਿਰਦੋਸ਼ੇ ਸਿੱਖਾਂ ਨੂੰ ਅਸੀਂ ਜੇਲ੍ਹਾਂ 'ਚ ਡੱਕਣ ਤੇ ਦੇ ਨਹੀਂ ਸਕਦੇ, ਹੈ ਨਾ। ਜੋ ਸਾਡੇ ਕੋਲ ਸਰਦਾ ਬਣਦਾ ਹੋਊਗਾ ਕਰਾਂਗੇ। ਮੌਕੇ ਨੂੰ ਵੇਖ ਕੇ ਵਿਚਾਰ ਕੇ ਨਜ਼ਾਕਤ ਹੀ ਵੇਖਾਂਗੇ ਨਾ ਮੌਕੇ ਦੀ, ਮੌਕਾ ਕੀ ਹੈ। ਜਿੱਥੇ ਸਾਡੀ ਇੱਥੇ ਵੀ 7 ਦਿਨ ਅਸੀਂ ਗੱਲਬਾਤ ਹੀ ਕਰਦੇ ਰਹੇ ਹਾਂ। ਜੇ ਗੱਲਬਾਤ ਨਾਲ ਮਸਲਾ ਹੁੰਦਾ ਤਾਂ ਅਸੀਂ ਜਨਾਲੇ ਕੀ ਕਰਨ ਚਲ ਜਾਣਾ। ਸੋ ਇਹ ਚੀਜ਼ਾਂ ਇਹ ਆ ਵੀ ਇਹ ਗੱਲ ਕਹਿਣੇ ਵੀ ਆਪਣਾ ਇੱਕੋ ਹੀ ਤਰੀਕਾ, ਇੱਦਾਂ ਨਹੀਂ ਹੁੰਦਾ। ਇਹ ਆਪਾਂ ਨੂੰ ਸਾਰੇ ਤਰੀਕੇ ਵਰਤਣੇ ਪੈਂਦੇ ਹੁੰਦੇ ਆ ਮੌਕੇ 'ਤੇ ਆਣ ਕੇ। ਡਾਇਲੋਗ ਜ਼ਿਆਦਾ ਸਪੈਸੀਫਿਕਲੀ ਅਸੀਂ ਕੋਸ਼ਿਸ਼ ਕਰਦੇ ਹਾਂ ਡਾਇਲੋਗ ਨਾਲ ਮਸਲਾ ਨਿਬੜ ਜਾਵੇ। ਭਾਈ ਸਾਹਿਬ ਤੁਹਾਡੀ ਖਾਲਸਾ ਵਹੀਰ ਚੱਲ ਰਹੀ ਸੀ, ਨਸ਼ਿਆਂ ਦੇ ਖਿਲਾਫ ਸੀ, ਅਗਲਾ ਸਟੈਪ ਕੀ ਹੈ ਹੁਣ ਤੁਹਾਡਾ? ਇਹ ਵਹੀਰ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਜੀ?
ਹਾਂਜੀ ਇਹ ਵਹੀਰ ਜਿਹੜੀ ਕੰਟੀਨਿਊ ਰਹੇਗੀ। ਨਸ਼ਿਆਂ ਦੇ ਖਿਲਾਫ ਜਿਹੜਾ ਵਾ ਪੰਜਾਬ ਭਰ ਦੇ ਵਿੱਚ ਅਸੀਂ ਅਨੰਦਪੁਰ ਵਾਪਸੀ ਦੇ ਨਾਂ ਦੇ ਸੈਂਟਰ ਬਿਲਡ ਕਰ ਰਹੇ ਹਾਂ। ਉਸੇ ਨੌਜਵਾਨਾਂ ਨੂੰ ਜਿਹੜਾ ਵਾ ਰੱਖ ਕੇ ਨਸ਼ਿਆਂ ਤੋਂ ਦੂਰ ਕਰਕੇ ਉਹਨਾਂ ਨੂੰ ਸਮਾਜ ਜਿਹੜਾ ਵਾ ਸਮਾਜ ਦਾ ਥੋੜ੍ਹੀ ਸੁਸਾਇਟੀ ਨੂੰ ਸੁਧਾਰ ਕੇ ਤੇ ਨੌਜਵਾਨਾਂ ਨੂੰ ਇੱਕ ਜੀਵਨ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਜਿਹੜੀ ਇਹ ਨਸ਼ੇ ਦੀ ਗੰਦਗੀ 'ਚੋਂ ਬਾਹਰ ਆ ਸਕਣ। ਥੈਂਕ ਯੂ ਭਾਈ ਸਾਹਿਬ। ਤਾਂ ਇਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਨੇ ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ ਤੇ ਬੜੀਆਂ ਖੁੱਲ੍ਹ ਕੇ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਇਸ 'ਤੇ ਜਵਾਬ ਰੱਖੇ ਨੇ। ਕੈਮਰਾ ਪਰਸਨ ਵਿਸ਼ਾਲ ਦੇ ਨਾਲ ਗਗਨਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।